ਧੰਨ ਵਾਹਿਗੁਰੂ ਸਾਹਿਬ ਜੀਓ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਧੰਨ ਵਾਹਿਗੁਰੂ ਜੀ। ਜਨਮ ਜਨਮ ਪਰਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ। ਕਹੋ ਨਾਨਕ ਹਰ ਭਜ ਮਨਾ, ਨਿਰਭੈ ਪਾਵੈ ਬਾਸ। ਜਨਮ ਜਨਮ ਪਰਮਤ ਫਿਰਿਓ, ਮਿਟਿਓ ਨ ਜਮ ਕੋ ਤਰਾਸ। ਕਹੋ ਨਾਨਕ ਹਰ ਭਜ ਮਨਾ, ਨਿਰਭੈ ਪਾਵੈ ਬਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹੋਈ ਹੈ। ਹਫ਼ਤਾਵਾਰੀ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਪਾਠ, ਗੁਰਬਾਣੀ ਕੀਰਤਨ ਆਪ ਜੀਆਂ ਨੇ ਸਰਵਣ ਕੀਤੇ ਹਨ। ਚੱਲ ਰਹੀ ਲੜੀਵਾਰ ਕਥਾ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸ਼ਲੋਕਾਂ ਦੀ, ਜਿਸ ਸ਼ਲੋਕ ਦੀ ਅਸੀਂ ਅੱਜ ਵਿਚਾਰ ਕਰਨੀ ਹੈ ਉਹ ਲੜੀ ਦੇ ਵਿੱਚ 33 ਨੰਬਰ ਸ਼ਲੋਕ ਹੈ ਤੇ ਹੁਣ ਤੱਕ ਅਸੀਂ 32 ਨੰਬਰ ਸ਼ਲੋਕ ਤੱਕ ਵਿਚਾਰ ਕਰ ਚੁੱਕੇ ਹਾਂ। 2 ਐਤਵਾਰ ਦੀ 10 ਦੀ ਹਾਜ਼ਰੀ ਨਹੀਂ ਸੀ। ਉਹ ਤੁਹਾਡੇ ਵਰਗੀ ਸੰਗਤ ਵਿੱਚੋਂ ਕੋਈ ਗੁਰਮੁਖ ਪਿਆਰਾ ਪ੍ਰੇਮੀ, ਉਹਨੇ ਪਿਆਰ ਸਹਿਤ ਯਾਦ ਕੀਤਾ ਵੀ ਤੁਹਾਨੂੰ ਆਪਣੇ ਬੇਟੇ ਦੇ ਵਿਆਹ ਤੇ ਮੈਂ ਯੂਕੇ ਲੈ ਕੇ ਜਾਣਾ ਹੈ। ਤੇ ਮੈਂ ਕਿਹਾ ਚਲੋ ਇੰਨੇ ਬਹਾਨੇ ਨਾਲ ਆਪਾਂ ਇੰਗਲੈਂਡ ਹੀ ਵੇਖ ਲੈਂਦੇ। ਉਹ ਤੁਹਾਡੇ ਵਰਗੂ ਸੰਗਤ ਵਿੱਚੋਂ ਕੋਈ ਗੁਰਮੁਖ ਪਿਆਰਾ ਪ੍ਰੇਮੀ ਸੀ। ਉਹਨੇ ਕਿਹਾ ਵੀ ਵਿਆਹ ਵਿਖਾਉਣਾ ਤੇ ਮੈਨੂੰ ਉਹ 2 ਵੀਕਾਂ ਉੱਥੇ ਲੈ ਗਿਆ, ਨਾਲੇ ਘੁੰਮ ਫਿਰ ਲਿਆ। ਤੇ ਉਹ ਤਾਂ ਕਰਕੇ ਆਪਣੀ ਹਾਜ਼ਰੀ ਜਿਹੜੀ ਹੈ ਉਹ 2 ਐਤਵਾਰਾਂ ਦੀ ਨਹੀਂ ਲਵਾ ਸਕਿਆ। ਮੈਂ ਆਓ ਸਤਿਗੁਰੂ ਕਿਰਪਾ ਕਰਨ ਆਪਾਂ ਇਸ ਲੜੀਵਾਰ ਕਥਾ ਦੇ ਨਾਲ ਜੁੜਨਾ ਹੈ ਤੇ ਨਾਲ ਨਾਲ ਜੋ ਇਤਿਹਾਸ ਹੈ ਆਪ ਜੀ ਨੂੰ ਪਤਾ ਜਿਹੜਾ ਕੱਲ ਦਿਨ ਲੰਘਿਆ ਹੈ, ਮਾਘ ਦੇ ਮਹੀਨੇ ਦੀ ਆਰੰਭਤਾ ਹੋਈ ਹੈ, ਜਿਹਨੂੰ ਅਸੀਂ ਮਾਘੀ ਦਾ ਜੋੜ ਮੇਲਾ ਕਹਿੰਦੇ ਹਾਂ ਮੁਕਤਸਰ ਸਾਹਿਬ ਦਾ। ਉਹਨਾਂ ਸ਼ਹੀਦਾਂ ਨੂੰ ਵੀ ਆਪਾਂ ਯਾਦ ਕਰਨਾ ਹੈ ਤੇ ਮਾਘ ਦੇ ਮਹੀਨੇ ਦੇ ਜੋ ਗੁਰੂ ਅਰਜਨ ਦੇਵ ਜੀ ਨੇ ਬਖਸ਼ਿਸ਼ ਕੀਤੀ ਸ਼ਬਦ ਦੀ, ਉਹਦੀ ਵੀ ਆਪਾਂ ਵਿਚਾਰ ਕਰਨੀ ਹੈ, ਇਤਿਹਾਸ ਨਾਲ ਵੀ ਜੁੜਨਾ ਹੈ। ਪਰ ਲੜੀਵਾਰ ਚੱਲ ਰਹੀ ਜਿਹੜੀ ਕਥਾ ਹੈ, ਪਹਿਲਾਂ ਸਭ ਤੋਂ ਅਸੀਂ ਸ਼ਬਦ ਦੀ ਇਸ ਵਿਚਾਰ ਨਾਲ ਜੁੜਦੇ ਹਾਂ। ਆਓ ਸਾਧ ਸੰਗਤ ਜਿਤਨੇ ਵੀ ਆਪ ਸੰਗਤਾਂ ਗੁਰੂ ਚਰਨਾਂ 'ਚ ਬੈਠੇ ਹੋ, ਮਨ ਦੇ ਟਿਕਾਓ ਇਕਾਗਰਤਾ ਦੇ ਵਾਸਤੇ ਆਓ ਸਾਰੀ ਸੰਗਤ, ਕੋਈ ਰਸਨਾਵਾਜੀ ਨਾ ਰਹੇ, ਪਿਆਰ ਸਹਿਤ ਸਾਰੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾ ਸਾਰੇ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਜਨਮ ਜਨਮ ਭਰਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ। ਪਹਿਲਾਂ ਅੱਖਰੀ ਅਰਥ ਸਮਝੀਏ। ਜਨਮ ਜਨਮ ਦਾ ਮਤਲਬ ਹੋ ਗਿਆ ਕਈ ਜਨਮ। ਜਦੋਂ 2 ਵਾਰ ਸ਼ਬਦ ਆ ਗਿਆ ਨਾ, ਇਹਦਾ ਮਤਲਬ ਹੋਗਾ ਕਈ ਜਨਮ, ਲੰਮਾ ਸਮਾਂ ਜਿਹਨੂੰ ਕਹਿ ਸਕਦੇ ਅਸੀਂ। ਮਹਾਰਾਜ ਕਹਿੰਦੇ ਬਹੁਤ ਲੰਮਾ ਸਮਾਂ ਭਟਕਦੇ ਰਿਹਾ ਜੀਵ। ਜਨਮ ਜਨਮ ਭਰਮਤ ਫਿਰਿਓ, ਮਿਟਿਓ ਨਾ, ਮਿਟੇਗੀ ਇੱਕ ਚੀਜ਼, ਉਹ ਸੀ ਜਮ ਕੋ ਤਰਾਸ। ਤਰਾਸ ਦਾ ਮਤਲਬ ਹੈ ਡਰ, ਭੈ, ਖੌਫ। ਮਹਾਰਾਜ ਕਹਿੰਦੇ ਜਮ ਦਾ ਖੌਫ, ਜਮ ਦਾ ਭੈ। ਜਮ ਦਾ ਅਰਥ ਕਰ ਲਾਂਗੇ ਮੌਤ, ਮੌਤ ਦਾ ਭੈ, ਮੌਤ ਦਾ ਡਰ
ਇਹ ਜੀਵ ਦੇ ਅੰਦਰੋਂ ਖਤਮ ਨਹੀਂ ਹੋਇਆ। ਜਨਮਾਂ ਜਨਮਾਂਤਰਾਂ ਤੋਂ ਜੀਵ ਭਟਕ ਰਿਹਾ ਹੈ, ਭਰਮ ਦੇ ਵਿੱਚ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿ ਰਹੇ ਨੇ, ਜਨਮ ਜਨਮ ਭਰਮਤ ਫਿਰਿਓ, ਮਿਟਿਓ ਨ ਜਮ ਕੋ ਤਰਾਸ, ਕਹੋ ਨਾਨਕ ਹਰਿ ਭਜ ਮਨਾ। ਜੇ ਇਸ ਡਰ ਤੋਂ ਤੂੰ ਮੁਕਤ ਹੋਣਾ ਚਾਹੁੰਦਾ ਹੈ ਤਾਂ ਇੱਕ ਕੰਮ ਕਰ, ਕਿਹੜਾ ਹੈ? ਕਹੋ ਨਾਨਕ ਹਰਿ ਭਜ ਮਨਾ, ਨਿਰਭੈ ਪਾਵੈ ਵਾਸ। ਨਿਰਭੈਤਾ ਹਾਸਲ ਹੋ ਜਾਏਗੀ, ਪ੍ਰਭੂ ਦੇ ਵਿੱਚ ਨਿਵਾਸ ਹੋ ਜਾਏਗਾ। ਜੇ ਤੂੰ ਵਾਹਿਗੁਰੂ ਪਰਮਾਤਮਾ ਦੇ ਨਾਮ ਨਾਲ ਜੁੜ ਜਾਏ ਤਾਂ ਇਹ ਮੌਤ ਦਾ ਡਰ, ਮੌਤ ਦਾ ਭੈ ਤੇਰਾ ਖਤਮ ਹੋ ਸਕਦਾ। ਇਹ ਆਖਰੀ ਅਰਥ ਨੇ। ਹੁਣ ਅਸੀਂ ਇਹਦੀ ਵਿਆਖਿਆ ਨਾਲ ਜੁੜਦੇ ਹਾਂ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਾਂਗੇ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਡੇ ਸਫ਼ਰ ਦਾ ਜ਼ਿਕਰ ਕੀਤਾ ਹੈ। ਇਹ ਵੱਖਰੀ ਗੱਲ ਹੈ ਕਿ ਜਦੋਂ ਬੰਦਾ ਦੁਨਿਆਵੀ ਤੌਰ ਤੇ ਜਾਂ ਕਹਿ ਲਓ ਜੋ ਬਹੁਤ ਆਪਣੀ ਅਕਲ ਅੱਗੇ ਲਿਜਾਣ ਦੀ ਗੱਲ ਕਰਦਾ ਵੀ ਗੁਰੂ ਤੋਂ ਵੀ ਮੈਂ ਅੱਗੇ ਲੰਘ ਜਾਵਾਂ, ਉਦੋਂ ਕਈ ਤਰ੍ਹਾਂ ਦੇ ਤਰਕ, ਕਈ ਤਰ੍ਹਾਂ ਦੇ ਕਿੰਤੂ ਪਰੰਤੂ ਕਰਦਾ ਹੈ। ਪਰ ਜਿਹਨੂੰ ਆਪਣੇ ਗੁਰੂ ਤੇ ਭਰੋਸਾ ਹੈ, ਗੁਰੂ ਤੇ ਵਿਸ਼ਵਾਸ ਹੈ, ਜਿਹਨੂੰ ਅਸੀਂ ਰੋਜ਼ ਨਮਸਕਾਰ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ, ਗੁਰਮੁਖੋ ਗੁਰੂ ਦੇ ਸ਼ਬਦ ਉੱਤੇ ਕਿੰਤੂ ਨਾ ਕਰੀਏ, ਗੁਰੂ ਦੇ ਸ਼ਬਦ ਉੱਤੇ ਕੋਈ ਤਰਕ ਨਾ ਕਰੀਏ। ਗੁਰੂ ਗ੍ਰੰਥ ਸਾਹਿਬ ਜੀ ਦਾ ਵਚਨ ਹੈ ਜਿਹੜਾ ਮੈਂ ਜ਼ਿਕਰ ਕਰਨ ਲੱਗਿਆ, ਜਨਮ ਜਨਮ ਭਰਮਤ ਫਿਰਿਓ। ਉਹ ਕਿਹੜਾ ਸਫ਼ਰ ਹੈ ਜਿਹੜਾ ਜਨਮ ਜਨਮਾਂਤਰਾਂ ਦਾ ਅਸੀਂ ਭਟਕਦੇ ਆਏ ਸਾਰੇ, ਉਹਨੂੰ ਮਹਾਰਾਜ ਨੇ ਆਪਣੇ ਸ਼ਬਦਾਂ 'ਚ ਕਿਹਾ, ਕਈ ਜਨਮ ਭੈ ਕੀਟ ਪਤੰਗਾ। ਆ ਹੈ ਜਨਮ ਜਨਮ ਭਰਮਤ ਫਿਰਿਓ। ਅਸੀਂ ਸਾਰੇ ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ। ਇਹਦੇ ਅਰਥ ਜੇ ਮੈਂ ਤੁਹਾਨੂੰ ਨਾਲ ਜਿਹਨਾਂ ਨੂੰ ਸਮਝ ਆਇਆ ਗੁਰਬਾਣੀ ਉਹਨਾਂ ਨੂੰ ਤੇ ਲੋੜ ਨਹੀਂ, ਪਰ ਜਿਹੜੇ ਪਹਿਲੀ ਵਾਰ ਜਾਂ ਬਾਣੀ ਨੂੰ ਪੜ੍ਹਦੇ ਸੁਣਦੇ ਨੇ ਉਹਨਾਂ ਵਾਸਤੇ ਜ਼ਰੂਰੀ ਹੈ। ਕਈ ਜਨਮ ਭੈ ਕੀਟ, ਕੀਟ ਦਾ ਅਰਥ ਸਿੱਧਾ ਹੋ ਗਿਆ ਕੀੜੇ, ਪਤੰਗਾ ਵੀ ਸਾਨੂੰ ਸਮਝ ਆ ਗਿਆ ਜਿਹੜਾ ਅੱਗ ਉੱਤੇ ਸੜ ਜਾਂਦਾ ਹੈ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗੱਜ, ਗੱਜ ਮੈਨੇ ਹਾਥੀ, ਮੀਨ ਮੈਨੇ ਮੱਛੀ, ਕੁਰੰਗਾ ਮੈਨੇ ਹਰਨ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਪੰਖੀ, ਪੰਖੀ ਦਾ ਅਰਥ ਹੋ ਗਿਆ ਪੰਛੀ, ਕਈ ਜਨਮ ਪੰਖੀ ਸਰਪ ਹੋਇਓ, ਸਰਪ ਦਾ ਅਰਥ ਹੋ ਗਿਆ ਸੱਪ। ਇਹਦਾ ਮਤਲਬ ਇਹ ਹੋ ਗਿਆ ਕਿ ਇਹ ਲੰਮਾ ਸਫ਼ਰ ਹੈ ਜਿਹੜਾ ਅਸੀਂ ਸਾਰੇ ਕਰਦੇ ਆ ਪਰਮਾਤਮਾ ਨੇ ਤਰਸ ਕਰਕੇ ਸਾਨੂੰ ਇਹ ਦੇਹ ਹੀ ਦੇ ਦਿੱਤੀ। ਸਤਿਗੁਰੂ ਦਾ ਬਚਨ ਹੈ ਕਿ ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬਿਰਖ ਜੋਇਓ, ਹਾਥੀ ਘੋੜੇ ਇਤ ਆਦਿਕ ਰੁੱਖ ਦਰਖਤ ਪਸ਼ੂ ਪੰਛੀ ਪੱਥਰ ਸਭ ਕੁਝ ਦਾ ਸਫ਼ਰ ਕਰਕੇ ਅਸੀਂ ਆਏ ਆ। ਤੇ ਫਿਰ ਕੀ ਕੀਤਾ ਪਰਮਾਤਮਾ ਨੇ? ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਮਿਲ ਜਗਦੀਸ਼ ਮਿਲਣ ਕੀ ਬਰੀਆ ਚਰਨ ਕਾਲ। ਚਰਨ ਕਾਲ ਦਾ ਮਤਲਬ ਹੋ ਗਿਆ ਜਨਮ ਜਨਮ ਭਰਮਤ ਫਿਰਿਓ। ਚਰਨ ਕਾਲ ਇਹ ਦੇਹ ਸੰਜਰੀਆ, ਚਿਰਾਂ ਤੋਂ ਬਾਅਦ ਸਾਨੂੰ ਇਹ ਦੇਹ ਹੀ ਮਿਲ ਗਈ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਹੋਰ ਵੀ ਦੇਖਾਂਗੇ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਚਨ ਹੈ ਗੌੜੀ ਰਾਗ ਵਿੱਚ। ਮਹਾਰਾਜ ਕਹਿੰਦੇ, ਕਤ ਕੀ ਮਾਈ ਬਾਪ ਕਤ ਕੇਰਾ ਕਿੱਦੂ ਥਾਉ ਹਮ ਆਏ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮਾਂ ਤੇ ਬਾਪ ਤੇ ਆਏ ਕਿੱਥੋਂ, ਅਸੀਂ ਸਫ਼ਰ ਕਿਹੜਾ ਕਰਕੇ ਆਏ ਆ ਲੰਮਾ। ਮਹਾਰਾਜ ਕਹਿੰਦੇ, ਕਤ ਕੀ ਮਾਈ ਬਾਪ ਕਤ ਕੇਰਾ ਕਿੱਦੂ ਥਾਉ ਹਮ ਆਏ, ਅਗਨ ਬਿੰਬ ਜਲ ਭੀਤਰ ਨਿਪਜੇ, ਕਾਹੇ ਕਾਮੇ ਪਾਏ ਮੇਰੇ ਸਾਹਿਬਾ, ਕੌਣ ਜਾਣੇ ਗੁਣ ਤੇਰੇ, ਕਹਿ ਨਾ ਜਾਈ ਔਗਣ ਮੇਰੇ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਕਿਹਾ, ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁਲੀ ਮੈਂ ਆਏ, ਕੇਤੇ ਪੰਖ ਉਡਾਏ। ਇਹਦਾ ਮਤਲਬ ਹੋ ਗਿਆ ਕਿ ਬਾਣੀ ਕਹਿ ਰਹੀ ਹੈ ਕਿ ਲੰਮਾ ਸਫ਼ਰ ਅਸੀਂ ਸਾਰੇ ਕਰਕੇ ਆਏ, ਭਟਕਦੇ ਆਏ ਆ ਦੇਹੀ ਤੋਂ ਪਹਿਲਾਂ। ਜਿਹਨੂੰ ਭਗਤ ਕਬੀਰ ਸਾਹਿਬ ਨੇ ਕਿਹਾ ਕਿ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਭ। ਜਿਹਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਕਿ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸ਼ਰਨਾਏ ਜੀ। ਉਹ ਦੂਰੋਂ ਚੱਲ ਕੇ ਵਾਲਾ ਜਿਹੜਾ ਸਫ਼ਰ ਹੈ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਨਮ ਜਨਮ ਭਰਮਤ ਫਿਰਿਓ, ਉਹ ਦੂਰੀ ਹੈ ਜਿਹੜੀ ਅਸੀਂ ਸਫ਼ਰ ਕਰਕੇ ਆਏ ਲੰਮਾ। ਤੇ ਹੁਣ ਵੀ ਸਫ਼ਰ ਵਿੱਚ ਹੀ ਹਾਂ, ਅਸੀਂ ਮੁੱਕਿਆ ਨਹੀਂ ਸਾਡਾ ਪੈਂਡਾ ਅਜੇ ਵੀ ਅਸੀਂ ਸਫ਼ਰ ਵਿੱਚ ਹੀ ਚੱਲ ਰਹੇ ਹਾਂ। ਇਹ ਉਸ ਦਿਨ ਖਤਮ ਹੋਣਾ ਜਿਸ ਦਿਨ ਆਤਮਾ ਪਰਮ ਆਤਮਾ ਵਿੱਚ ਅਭੇਦ ਹੁੰਦੀ ਹੈ, ਉਸ ਦਿਨ ਇਹ ਸਫ਼ਰ ਖਤਮ ਹੋ ਗਿਆ। ਨਹੀਂ ਤੇ ਸਫ਼ਰ ਚੱਲਦਾ ਹੀ ਰਹਿਣਾ ਹੈ। ਅੱਗੋਂ ਪਤਾ ਨਹੀਂ ਵਾਹਿਗੁਰੂ ਪਰਮਾਤਮਾ ਜਾਣੇ ਇਸ ਤੋਂ ਬਾਅਦ ਕਿੱਧਰ ਨੂੰ ਤੁਰ ਪੈਣਾ ਸੀ, ਕਿਉਂਕਿ ਬਾਣੀ ਕਹਿੰਦੀ ਜੇ ਹੀ ਸੁਰਤ ਤੇਹਾ ਤਨ ਰਾਹ। ਬਾਣੀ ਦਾ ਫੈਸਲਾ ਜਿਹੋ ਜੀ ਸੁਰਤ ਬਣ ਜਾਂਦੀ ਹੈ ਨਾ, ਤੇ ਉਹੋ ਜਿਹਾ ਰਸਤਾ ਅਗਲੇ ਬੰਨੇ ਅਖਤਿਆਰ ਹੈ ਬੰਦੇ ਨੂੰ ਮਿਲ ਜਾਂਦਾ ਹੈ। ਸੁਰਤ ਦੇ ਮੁਤਾਬਕ ਹੀ ਫੈਸਲਾ ਹੁੰਦਾ ਹੈ। ਹੁਣ ਜੇ ਕੋਈ ਬੰਦਾ ਇਹ ਕਵੇ ਲਓ ਜੀ ਸਾਰੀ ਉਮਰ ਤੇ ਆਪਾਂ ਪਾਪ ਕੀਤੇ, ਮਾੜੇ ਕਰਮ ਕੀਤੇ, ਬੁਰੇ ਕਰਮ ਕੀਤੇ, ਅੰਤਲਾ ਸਮਾਂ ਆਇਆ ਵਾਹਿਗੁਰੂ ਕਹਿ ਲਾਂਗੇ ਆਪੇ ਪਰਮਾਤਮਾ 'ਚ ਭੇਦ ਹੋ ਜਾਾਂਗੇ। ਤੇ ਜਿਹਨੇ ਸਾਰੀ ਉਮਰ ਨਹੀਂ ਵਾਹਿਗੁਰੂ ਕਿਹਾ ਤੇ ਮਰਨ ਵੇਲੇ ਕਿਹੜਾ ਕਹਿ ਦੂ ਵਾਹਿਗੁਰੂ, ਉਹਨੂੰ ਤਾਂ ਕਹਿਣ ਵੀ ਨਹੀਂ ਦਿੰਦੇ ਆਪਾਂ।
ਹੁਣ ਤੇ ਬੰਦਾ ਜਦੋਂ ਬੈੱਡ ਤੇ ਪਿਆ ਹੁੰਦਾ ਫਿਰ ਲਿਆ ਕੇ ਸਾਰਿਆਂ ਨੂੰ ਉਹਦੇ ਸਾਹਮਣੇ ਲਿਆਉਂਦੇ ਆ, ਵੇ ਕੌਣ ਆ, ਪਛਾਣ ਕੇ ਭਲਾ। ਹੁਣ ਤਾਂ ਰਹਿਣ ਦਿਓ, ਪਛਾਣ ਲਿਆ, ਸਾਰੀ ਉਮਰ ਬਥੇਰਾ ਪਛਾਣਿਆ, ਹੁਣ ਤਾਂ ਰਹਿਣ ਦਿਓ। ਹੁਣ ਤੁਹਾਨੂੰ ਕਹੋ ਅਗਲੇ ਬੰਨੇ ਪਰਮਾਤਮਾ ਨੂੰ ਯਾਦ ਕਰ, ਅਸੀਂ ਤਾਂ ਉਦੋਂ ਵੀ ਨਹੀਂ ਯਾਦ ਕਰ ਲੈਂਦੇ। ਅਸੀਂ ਤਾਂ ਸਾਰੇ ਜੀ ਲਿਆ ਕੇ ਉਹਦੇ ਪੈਰਾਂ ਵਾਲੇ ਬੰਨੇ ਖਿਲਾਰਦੇ, ਵੇਖਾ ਭਲਾ ਸਿਆਣਿਆ ਜਾਂਦਾ ਹੀ, ਵੇਖਾ ਭਲਾ ਇਹ ਕੌਣ ਆਪਣਾ ਰਿਸ਼ਤੇਦਾਰ ਹੀ, ਆਪਣਾ ਪੁੱਤਰ ਹੀ, ਆਪਣੀ ਧੀ, ਆਪਣਾ ਪੁੱਤਰ ਹੀ, ਸਾਰੇ ਲਿਆ ਕੇ ਉਹਦੇ ਸਾਹਮਣੇ ਖੜੇ ਕਰਦੇ ਆ ਵੀ ਅੰਤਲੇ ਸਮੇਂ ਤੇ ਵੀ ਸੁਰਤ ਕਿਤੇ ਉਹਦੀ ਰੱਬ ਵਾਲੇ ਬੰਨੇ ਨੂੰ ਚਲੀ ਜਾਏ। ਖਿਮਾ ਕਰਿਓ, ਜਦੋਂ ਵੇਖੋ ਸਮਾਂ ਸਾਰਿਆਂ ਤੇ ਆਉਣਾ, ਮੈਂ ਆਪਣੇ ਆਪ ਨੂੰ ਸ਼ਾਮਲ ਕਰਕੇ ਕਹਿ ਰਿਹਾ, ਸਮਾਂ ਤੇ ਸਭ ਦੇ ਉੱਤੇ ਆ ਜਾਣਾ ਹੈ, ਮੇਰੇ ਤੇ ਵੀ ਆਉਣਾ, ਸਭ ਤੇ ਆਉਣਾ, ਇਹ ਤੋਂ ਡਰਨ ਦੀ ਤੇ ਘਬਰਾਉਣ ਦੀ ਲੋੜ ਕੋਈ ਨਹੀਂ। ਪਰ ਜਦੋਂ ਕਿਤੇ ਇਹੋ ਜਿਹੀ ਕੋਈ ਘਟਨਾ ਵਾਪਰਦੀ ਹੈ, ਜਦੋਂ ਅੰਤਲਾ ਸਮਾਂ ਆਉਂਦਾ ਹੈ, ਘੱਟੋ ਘੱਟ ਕੋਸ਼ਿਸ਼ ਕਰੀਏ ਉਸ ਵੇਲੇ, ਉਸ ਮਾਂ ਹੋਵੇ, ਬਜ਼ੁਰਗ ਹੋਵੇ, ਕੋਈ ਹੋਵੇ, ਉਹਦੇ ਕੰਨਾਂ 'ਚ ਬਾਣੀ ਦੀ ਸ਼ਬਦ ਪਾ ਦਈਏ, ਉਹਨੂੰ ਬਾਣੀ ਸੁਣਾ ਦਈਏ। ਉਸ ਵੇਲੇ ਹੋ ਸਕਦਾ ਉਹਨੂੰ ਬਾਣੀ ਸੁਣਾਉਂਦਿਆਂ ਕਿਤੇ ਕਿਰਪਾ ਵਰਤ ਜਾਏ ਕਿ ਅੰਤ ਕਾਲ ਨਾਰਾਇਣ ਸੁਧ ਆਈ। ਅਜਾ ਮੱਲ ਨੂੰ ਮਹਾਰਾਜ ਬਾਣੀ ਕਹਿੰਦੀ ਹੈ ਨਾ, ਪੁੱਤਰਾਂ ਨੂੰ ਬਾਜਾ ਮਾਰਦਾ ਪਰਮਾਤਮਾ ਨਾਲ ਜੁੜ ਗਿਆ। ਜਿਹਨੂੰ ਅਸੀਂ ਕੋਸ਼ਿਸ਼ ਕਰੀਏ ਉਹਦੀ ਸੁਰਤ ਪਰਮਾਤਮਾ ਵਾਲੇ ਬੰਨੇ ਚਲੀ ਜਾਏ, ਤਾਂ ਕਿ ਅੰਤ ਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੈ, ਬਦਲ ਤਰਲੋਚਨ ਤੇ ਨਾ ਮੁਕਤਾ, ਪੀਤੰਬਰ ਵਾਂਗ ਹਿਰਦੇ ਵਸੇ। ਉਹਦੀ ਅੰਤਰੀ ਸੁਰਤ ਕਦੇ ਪਰਮਾਤਮਾ ਵਾਲੇ ਬੰਨੇ ਚਲੀ ਜਾਏ। ਮੈਂ ਜਿਹੜੀ ਬੇਨਤੀ ਕਰ ਰਿਹਾ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿ ਰਹੇ ਨੇ, ਭਾਈ ਲੰਮਾ ਸਫ਼ਰ ਅਸੀਂ ਕਰਕੇ ਆਏ ਹਾਂ ਤੇ ਹੁਣ ਆਹ ਜਿਹੜਾ ਜਨਮ ਮਿਲਿਆ, ਜਿਹੜਾ ਚੱਲ ਰਿਹਾ ਸਾਡਾ ਜੀਵਨ ਮਨੁੱਖਾ ਹੈ, ਇਹ ਵੀ ਸਫ਼ਰ ਵਿੱਚ ਹੀ ਚੱਲ ਰਹੇ ਹਾਂ। ਗੁਰੂ ਕਿਰਪਾ ਕਰੇ ਕਿ ਇਹ ਸਫ਼ਰ ਕਿਤੇ ਮੁਕੰਮਲ ਹੋ ਜਾਏ, ਆਤਮਾ ਪਰਮਾਤਮਾ ਵਿੱਚ ਮਿਲ ਜਾਏ। ਕੋਸ਼ਿਸ਼ ਕਰਨੀ ਚਾਹੀਦੀ ਹੈ, ਜਾਰੀ ਰੱਖਣੀ ਚਾਹੀਦੀ ਹੈ। ਅੱਗੇ ਮਹਾਰਾਜ ਕਹਿ ਰਹੇ ਨੇ, ਕਹੋ ਨਾਨਕ ਹਰਿ ਭਜ ਮਨਾ, ਹੇ ਮੇਰੇ ਮਨਾ ਜੇ ਤੂੰ ਪਰਮਾਤਮਾ ਵਾਲੇ ਬੰਨੇ ਤੁਰੇ, ਨਿਰਭੈਤਾ ਤੈਨੂੰ ਮਿਲ ਜਾਏਗੀ, ਨਿਰਭੈ ਪਾਵੈ ਬਾਸ। ਇਸੀ ਜਿਹੜੀ ਲੜੀਵਾਰ ਕਥਾ ਚੱਲਦੀ ਉਸ ਸ਼ਲੋਕ ਦੀ ਵਿਆਖਿਆ, ਕਿਉਂਕਿ ਆਪਾਂ ਮਹੀਨੇ ਦੀ ਵਿਚਾਰ ਵੀ ਕਰਨੀ ਹੈ ਤੇ ਇਤਿਹਾਸ ਨਾਲ ਵੀ ਜੁੜਨਾ ਹੈ, ਟਿਕਾ ਬਣਾ ਕੇ ਰੱਖਿਓ। ਜਿਹੜਾ ਕੱਲ ਦਾ ਦਿਨ ਮਾਘੀ ਦਾ ਮਹੀਨਾ ਆਰੰਭ ਹੋਇਆ ਹੈ, ਉਹਦੇ ਵੀ ਅਰਥ ਸਮਝ ਲਈਏ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਹੈ 12 ਮਾਹ ਦੇ ਵਿੱਚ, ਇਹ 11ਵਾਂ ਮਹੀਨਾ ਹੈ। ਇਸ ਤੋਂ ਅਗਲਾ 12ਵਾਂ ਮਹੀਨਾ ਫੱਗਣ ਦਾ ਆਉਂਦਾ ਹੈ। ਇਹ ਉਹ ਕਹਿ ਲਓ ਕਿ ਜਿਹੜਾ ਆਪਣਾ ਸਿੱਖ ਧਰਮ ਦੇ ਜਿਹੜੇ ਮਹੀਨੇ ਨੇ 12 ਮਾਹ ਨੇ, ਉਹਦੇ ਵਿੱਚ 11ਵਾਂ ਮਹੀਨਾ ਜਿਹਦੀ ਆਰੰਭਤਾ ਕੱਲ ਹੋਈ ਹੈ। ਮਹਾਰਾਜ ਨੇ ਕਿਰਪਾ ਕੀਤੀ, ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਇੱਕ ਵਾਰ ਮੈਂ ਸ਼ਬਦ ਸਾਰਾ ਪੜ੍ਹ ਦੇਣਾ, ਫਿਰ ਆਪਾਂ ਵਿਆਖਿਆ ਕਰਾਂਗੇ। ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰਿ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰਦਾਨ, ਜਨਮ ਕਰਮ ਵਾਲੀ ਉਤਰੈ ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨ ਮੋਹੀਐ ਬਿਨਸੈ ਲੋਭ ਸੁਆਨ, ਸੱਚੇ ਮਾਰਗ ਚਲਦਿਆਂ ਉਸਤਤ ਕਰੈ ਜਹਾਨ, 68 ਤੀਰਥ ਸਗਲ ਕੁਲ ਜੀ ਦਇਆ ਪ੍ਰਵਾਨ, ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ, ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ, ਮਾਰਗ ਸੁੱਚੇ ਸੇ ਕਾਂਢੀਏ ਜਿਨ ਪੂਰਾ ਗੁਰ ਮਿਹਰਬਾਨ। ਇਹ ਹੈ ਮਹੀਨਾ ਜਿਹੜਾ ਆਰੰਭ ਹੋਇਆ। ਹੁਣ ਇਹਦੇ ਚ ਮਹਾਰਾਜ ਕਹਿੰਦੇ ਨੇ ਕਿ ਇਸ ਹਿੰਦੁਸਤਾਨ ਦੇ ਅੰਦਰ ਵੱਖ-ਵੱਖ ਧਾਰਨਾਵਾਂ ਬਣੀਆਂ ਹੋਈਆਂ ਸਨ। ਇਸ ਹਿੰਦੁਸਤਾਨ ਦੇ ਅੰਦਰ ਮਤ ਬਹੁਤ ਆਏ, ਵੱਖ-ਵੱਖ ਮਤਾਂ ਨੇ ਆਪਣੇ ਆਪਣੇ ਢੰਗ ਨਾਲ ਰੱਬ ਦੀ ਵਿਆਖਿਆ ਵੀ ਕੀਤੀ ਤੇ ਰੱਬ ਨੂੰ ਪਾਉਣ ਦੀ ਵਿਆਖਿਆ ਵੀ ਕੀਤੀ। ਕੁਝ ਮਤ ਸਨ ਜਿਹੜੇ ਇਹ ਕਹਿੰਦੇ ਸੀ ਜਟਾਵਾਂ ਵਧਾ ਲਓ, ਸਵਾਵਾਂ ਮੰਨ ਲਓ, ਸਰੀਰ ਉੱਤੇ ਜੇ ਰੱਬ ਨੂੰ ਮਿਲਣਾ ਹੈ। ਕੁਝ ਕਹਿੰਦੇ ਸੀ ਕੰਨਾਂ ਵਿੱਚ ਮੁੰਦਰਾ ਪਾ ਲਓ, ਕੁਝ ਕਹਿੰਦੇ ਸੀ ਕੇਸ ਜਿਹੜੇ ਆ ਕੱਲਾ ਵਾਲ ਜਿਹੜਾ ਉਹਨੂੰ ਹੱਥ ਨੂੰ ਸਵਾਹ ਲਾ ਕੇ ਪੁੱਟ ਲਓ। ਜੈਨ ਮਤ ਕੱਲਾ ਵਾਲ ਪੁੱਟ ਲਓ ਜੇ ਰੱਬ ਨੂੰ ਪਾਉਣਾ ਹੈ, ਉਹ ਆਪਣਾ ਇਹ ਇਦਾਂ ਕਹਿ ਰਹੇ ਸਨ। ਕੋਈ ਇੱਥੇ ਕਹਿ ਰਿਹਾ ਸੀ ਨਹੀਂ ਕੁਝ ਨਹੀਂ ਕਰਨ ਦੀ ਲੋੜ, ਧੂਣੀਆਂ ਤਪਾ ਲਓ, ਗਰਮੀਆਂ ਦੇ ਦਿਨਾਂ ਚਾਰ ਤੇਰੇ ਧੂਣੀ ਤਪਾ ਕੇ ਵਿੱਚ ਬਹਿ ਜਾਓ ਰੱਬ ਮਿਲ ਜਾਏਗਾ। ਕੋਈ ਕਹਿੰਦਾ ਸੀ ਨਹੀਂ ਠੰਡ ਦੇ ਦਿਨਾਂ ਵਿੱਚ ਜਲ ਧਾਰਾ ਠੰਡਾ ਪਾਣੀ ਸਿਰ ਵਿੱਚ ਪਾਓ ਰੱਬ ਮਿਲ ਜਾਏਗਾ। ਕੋਈ ਕਹਿੰਦਾ ਸੀ ਤੀਰਥਾਂ ਤੇ ਨਹਾਉਣ ਨਾਲ ਰੱਬ ਮਿਲ ਜਾਂਦਾ ਹੈ, ਕੋਈ ਕਹਿੰਦਾ ਸੀ ਜੰਗਲਾਂ ਵਿੱਚ ਜਾ ਕੇ ਰੱਬ ਮਿਲ ਜਾਂਦਾ। ਇਹ ਮਤ ਇੱਥੇ ਚੱਲਦੇ ਪਏ ਸਨ। ਇਹਦੇ ਨਾਲ ਜਿਹੜੀ ਮੈਂ ਤਾਂ ਸ਼ੁਰੂਆਤ ਕੀਤੀ ਇਸ ਕਰਕੇ ਕਿਉਂਕਿ ਜਿਹੜਾ ਮਾਘ ਦੇ ਮਹੀਨੇ ਦੀ ਮਹਾਰਾਜ ਨੇ ਜ਼ਿਕਰ ਕੀਤਾ ਉਹਦੇ ਵਿੱਚ ਮਕਰ ਸੰਕ੍ਰਾਂਤੀ ਦਾ ਜਿਹੜਾ ਜ਼ਿਕਰ ਹੈ। ਮਾਘ ਦੇ ਮਹੀਨੇ ਦੇ ਵਿੱਚ ਮਾਘੀ ਵਾਲੇ ਦਿਨ ਇਹ ਗੱਲ ਮੰਨੀ ਜਾਂਦੀ ਸੀ ਵੀ ਬੜਾ ਪਵਿੱਤਰ ਦਿਨ ਹੈ। ਇਸ ਦਿਨ ਤੇ ਜਿਹੜਾ ਬੰਦਾ ਇਲਾਹਾਬਾਦ ਦੋ ਜਿਹੜੀਆਂ ਨਦੀਆਂ ਇਕੱਠੀਆਂ ਹੁੰਦੀਆਂ ਨੇ, ਇੱਕ ਨੂੰ ਉਹ ਗੁਪਤ ਰੂਪ ਵਿੱਚ ਕਹਿੰਦੇ ਨੇ ਵਰਤਦੀ ਹੈ ਜਿਹਨੂੰ ਤਰਵੈਣੀ ਕਿਹਾ ਜਾਂਦਾ ਹੈ। ਉਹਨਾਂ ਦਾ ਮੰਨਣਾ ਇਹ ਸੀ ਵੀ ਜੇ ਇਹਦੇ ਵਿੱਚ ਬੰਦਾ ਇਸ਼ਨਾਨ ਕਰ ਲੈ ਤੇ ਉਹਦੇ ਸਾਰੇ ਪਾਪ ਧੁੱਪ ਜਾਂਦੇ ਆ। ਉਹ ਮਤ ਕਹਿ ਰਿਹਾ। ਗੁਰਮਤ ਕੀ ਕਹਿ ਰਹੀ ਹੈ? ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ਬਦ ਲੈ ਲਿਆ ਇਸ਼ਨਾਨ ਦਾ, ਸ਼ਬਦ ਲੈ ਲਿਆ ਦਾਨ ਦਾ। ਤੁਸੀਂ ਜਦੋਂ ਕਿਤੇ 12 ਮਾਹ ਦੀ ਬਾਣੀ ਪੜੋਗੇ ਨਾ ਤੇ ਗੁਰਮੁਖੋ 12 ਮਹੀਨਿਆਂ ਦੇ ਰਾਹੀਂ ਗੁਰੂ ਸਾਹਿਬ ਨੇ ਰੁੱਤਾਂ ਦਾ ਜ਼ਿਕਰ ਵੀ ਕੀਤਾ ਤੇ ਜਿਹੜੇ ਜਿਹੜੇ ਕਰਮ ਕਾਂਡਾਂ ਦਾ ਖੰਡਨ ਕਰਨਾ ਸੀ 12 ਮਹੀਨਿਆਂ ਦੇ ਰਾਹੀਂ ਮਹਾਰਾਜ ਨੇ ਖੰਡਨ ਵੀ ਕੀਤਾ ਹੈ।
ਹੁਣ ਇਹਦੇ ਚ ਮਹਾਰਾਜ ਨੇ ਦਾਨ ਸ਼ਬਦ ਵੀ ਲੈ ਲਿਆ ਤੇ ਇਸ਼ਨਾਨ ਵੀ ਲੈ ਲਿਆ, ਤੇ ਦੋਨਾਂ ਦੀ ਵਿਆਖਿਆ ਬਦਲ ਦਿੱਤੀ ਮਹਾਰਾਜ ਨੇ। ਮਹਾਰਾਜ ਕਹਿੰਦੇ ਨੇ ਮਾਘ ਮੱਜਣ, ਮੱਜਣ ਦਾ ਅਰਥ ਇਸ਼ਨਾਨ ਹੁੰਦਾ ਹੈ, ਮੱਜਣ ਦਾ ਅਰਥ ਹੁੰਦਾ ਟੁੱਬੀ ਮਾਰਨੀ। ਮਹਾਰਾਜ ਕਹਿੰਦੇ ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਆ ਇਸ਼ਨਾਨ ਜਿਹੜੇ ਸਾਰੇ ਅਸੀਂ ਹੁਣ ਕਰ ਰਹੇ ਹਾਂ, ਇਹ ਔਖਾ ਹੈ ਕਰਨਾ। ਬਾਹਰੀ ਇਸ਼ਨਾਨ ਤੇ ਸਾਰੇ ਬੰਦੇ ਕਰ ਲੈਣਗੇ, ਬਾਹਰੀ ਇਸ਼ਨਾਨ ਕਰਨਾ ਕੋਈ ਬਹੁਤਾ ਔਖਾ ਨਹੀਂ ਹੈ। ਉਹ ਤੇ ਬਿਮਾਰ ਬੰਦਾ ਵੀ ਕਈ ਵਾਰ ਪਾਣੀ ਗਰਮ ਕਰਕੇ ਕਹਿੰਦਾ ਮੈਨੂੰ ਨਹਾਉਣਾ ਜ਼ਰੂਰੀ ਕਿਉਂਕਿ ਸਰੀਰ ਚੋਂ ਬਦਬੂ ਆਏਗੀ, ਉਹ 2 ਦਿਨ ਨਾ ਨਹਾਵੇ, ਤੀਜੇ ਦਿਨ ਕਹਿੰਦਾ ਇਸ਼ਨਾਨ ਕਰਾ ਦਿਓ ਮੇਰਾ, ਭਾਵੇਂ ਕੋਈ ਪਰਿਵਾਰ ਦੇ ਮੈਂਬਰ ਹੀ ਕਰਾ ਦੇ। ਉਹ ਇਹਦਾ ਮਤਲਬ ਉਹ ਇਸ਼ਨਾਨ ਬਾਹਰੀ ਤੌਰ ਤੇ ਤਨ ਦਾ ਜਿਹੜਾ ਹੈ ਉਹ ਤਾਂ ਹਰ ਕੋਈ ਬੰਦਾ ਕਰ ਲਊਗਾ, ਪਰ ਜਿਹੜਾ ਆ ਗੁਰੂ ਅਰਜੁਨ ਦੇਵ ਜੀ ਮਾਘ ਮਹੀਨੇ ਵਿੱਚ ਇਸ਼ਨਾਨ ਦਾ ਜ਼ਿਕਰ ਕਰਦੇ ਆ, ਇਹ ਤਾਂ ਕੋਈ ਸੂਰਮਾ ਹੀ ਕਰਦਾ ਹੈ। ਮਹਾਰਾਜ ਕਹਿੰਦੇ ਮਾਘ ਮੱਜਣ, ਮਾਘ ਦੇ ਮਹੀਨੇ ਦਾ ਮੱਜਣ ਦਾ ਮਤਲਬ ਇਸ਼ਨਾਨ ਸੰਗ ਸਾਧੂਆਂ। ਆ ਸਾਧ ਸੰਗਤ ਰੂਪ ਵਿੱਚ ਬੈਠ ਕੇ ਹੁਣ ਵੀ ਇਸ਼ਨਾਨ ਉਹਨਾਂ ਦਾ ਹੀ ਹੋ ਰਿਹਾ ਜਿਹੜੇ ਮਨ ਕਰਕੇ ਇੱਥੇ ਬੈਠੇ ਆ, ਜਿਹੜੇ ਮਨ ਕਰਕੇ ਉਡਾਰੀਆਂ ਮਾਰ ਰਹੇ ਨੇ, ਮਨ ਕਰਕੇ ਕਿਤੇ ਆਪਣੇ ਕਾਰੋਬਾਰਾਂ 'ਚ ਲੱਗੇ ਹੋਏ ਨੇ, ਪਰਿਵਾਰ 'ਚ ਲੱਗੇ ਹੋਏ ਨੇ, ਕਿੱਧਰ ਕਿੱਧਰ ਸੁਰਤ ਦੌੜਦੀ ਫਿਰਦੀ ਹੈ, ਉਹਨਾਂ ਦੇ ਇਸ਼ਨਾਨ ਵੀ ਹੋ ਰਹੇ। ਜਿਹੜਾ ਇੱਥੇ ਹਾਜ਼ਰ ਮਨ ਲੈ ਕੇ ਬੈਠਾ ਉਹਨੂੰ ਘੇਰ ਘੇਰ ਕੇ ਲਿਆ ਰਿਹਾ ਫਿਰ ਗੁਰੂ ਸ਼ਬਦ ਵਿੱਚ ਕਿ ਤੈਨੂੰ ਗੁਰੂ ਕੀ ਕਹਿ ਰਿਹਾ, ਮਨਾਂ ਤੂੰ ਕਿੱਧਰ ਭਟਕਦਾ ਫਿਰਦਾ 2 ਘੜੀਆਂ ਤੇ ਕਿਤੇ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਅਸਰ ਤੇਰੇ ਤੇ ਹੋ ਜਾਏ। ਜਿਹੜਾ ਮੋੜ ਮੋੜ ਕੇ ਲਿਆ ਰਿਹਾ ਮਨ ਨੂੰ, ਉਹ ਸਮਝ ਲਓ ਇਸ਼ਨਾਨ ਕਰਵਾ ਰਿਹਾ ਆਪਣੇ ਮਨ ਦਾ। ਮਹਾਰਾਜ ਕਹਿੰਦੇ ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਅੱਗੇ ਮਹਾਰਾਜ ਕਹਿੰਦੇ ਹਰ ਕਾ ਨਾਮ ਧਿਆਏ ਸੁਣ। ਹਰੀ ਪਰਮਾਤਮਾ ਦਾ ਨਾਮ ਧਿਆ ਜਪ ਤੇ ਉਹ ਜੋ ਧਿਆਉਣਾ ਉਹਨੂੰ ਸੁਣ ਵੀ ਲੈ। ਮੈਂ ਕੀ ਕਹਿ ਰਿਹਾ, ਪਰਮਾਤਮਾ ਦਾ ਨਾਮ ਮੈਨੂੰ ਸਿੱਖਿਆ ਕੀ ਦੇ ਰਿਹਾ ਹੈ। ਮਹਾਰਾਜ ਕਹਿੰਦੇ ਧਿਆਨ ਨਾਲ ਉਸ ਬਚਨਾਂ ਨੂੰ ਸੁਣਨਾ ਵੀ ਕਰ। ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਇਹ ਦਾਨ ਅੱਗੋਂ ਹੋਰਨਾਂ ਨੂੰ ਕਰਦੇ ਤੂੰ। ਰੋਟੀ ਦਾ, ਪ੍ਰਸ਼ਾਦੇ ਦਾ, ਲੀੜੇ ਕੱਪੜੇ ਦਾ, ਪੈਸੇ ਦਾ ਦਾਨ ਤੇ ਹਰ ਕੋਈ ਬੰਦਾ ਕਰ ਲਏਗਾ, ਪਰ ਇਹ ਦਾਨ ਜਿਹੜਾ ਗੁਰੂ ਅਰਜਨ ਦੇਵ ਜੀ ਕਹਿੰਦੇ ਇਹ ਉਹ ਦਾਨ ਹੈ ਤੂੰ ਪਹਿਲਾਂ ਖੁਦ ਕਮਾ, ਚੰਗੇ ਗੁਣਾਂ ਦਾ ਧਾਰਨੀ ਬਣ, ਫਿਰ ਦੂਸਰਿਆਂ ਨੂੰ ਪ੍ਰੇਰਨਾ ਦੇ ਕਿ ਭਾਈ ਤੁਸੀਂ ਵੀ ਚੰਗੇ ਕਰਮ ਕਰ ਲਓ, ਚੰਗੇ ਅਮਲ ਕਰ ਲਓ। ਮਹਾਰਾਜ ਕਹਿੰਦੇ ਇਹ ਦਾਨ ਕਰ। ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਮ। ਤੇ ਮਹਾਰਾਜ ਇਹਦੇ ਬਦਲੇ 'ਚ ਸਾਨੂੰ ਮਿਲਣਾ ਕੀ ਹੈ? ਮਹਾਰਾਜ ਕਹਿੰਦੇ ਜਨਮ ਕਰਮ ਮਲ ਉਤਰੈ। ਜਨਮਾਂ ਜਨਮਾਤਰਾ ਦੀ ਮੈਲ ਉਤਰ ਜਾਏਗੀ। ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਗੁਮਾਨ ਦਾ ਅਰਥ ਹੈ ਅਹੰਕਾਰ। ਮਹਾਰਾਜ ਕਹਿੰਦੇ ਅਹੰਕਾਰ ਵਿੱਚ ਚਲਿਆ ਜਾਏਗਾ। ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨਾ ਮੋਹੀਐ। ਮੋਹੀਏ ਦਾ ਮਤਲਬ ਹੁੰਦਾ ਮੋਹ ਨਹੀਂ ਸਕਦਾ, ਠੱਗ ਨਹੀਂ ਸਕਦਾ ਤੈਨੂੰ। ਕਾਮ ਕ੍ਰੋਧ ਤੈਨੂੰ ਜਿਹੜਾ ਹੈ ਮਹਾਰਾਜ ਕਹਿੰਦੇ ਜ਼ੋਰ ਨਹੀਂ ਪਾ ਸਕਦਾ ਜੇ ਤੂੰ ਇਸ ਸੰਗਤ ਦੇ ਸਰੋਵਰ ਵਿੱਚ ਇਸ਼ਨਾਨ ਕਰਵਾ ਲਿਆ ਆਪਣੇ ਮਨ ਦਾ। ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਮਹਾਰਾਜ ਕਹਿੰਦੇ ਸੱਚ ਦੇ ਮਾਰਗ ਤੇ ਤੁਰਿਆ ਚੱਲੇਗਾ ਤੇ ਕਹਿਣ ਦੀ ਲੋੜ ਨਹੀਂ ਪੈਣੀ ਵੀ ਲੋਕ ਮੇਰੀ ਸਿਫਤ ਕਰਨ। ਤੂੰ ਸੱਚ ਦੇ ਮਾਰਗ ਤੇ ਧਰਮ ਦੇ ਮਾਰਗ ਤੁਰਿਆ ਚੱਲ। ਜੋ ਧਰਮ ਕਮਾਵੇ ਤਿਸ ਧਰਮ ਨਾ ਹੋਏ, ਪਾਪ ਕਮਾਣੇ ਪਾਪੀ ਜਾਣੀਏ। ਮਹਾਰਾਜ ਕਹਿੰਦੇ ਧਰਮ ਦਾ ਬੰਦਾ ਕੰਮ ਕਰੇ ਤੇ ਆਪੇ ਧਰਮੀ ਲੋਕੀ ਕਹਿਣ ਲੱਗ ਪੈਣਗੇ, ਬੁਰਾ ਕਰੇਗਾ ਤੇ ਬੁਰਾ ਕਹਿਣ ਲੱਗ ਪੈਣਗੇ। ਨਾ ਤੇ ਅਸੀਂ ਆਪ ਹੀ ਰਖਾਉਣੇ ਆ ਨਾ, ਜਿਹੋ ਜਿਹੇ ਮਰਜ਼ੀ ਰਖਾ ਲਈਏ। ਚੰਗੇ ਕਰਮ ਕਰਾਂਗੇ ਤੇ ਲੋਕ ਚੰਗਾ ਚੰਗਾ ਕਹਿ ਦੇਣਗੇ, ਬੁਰੇ ਕਰਮ ਕਰਾਂਗੇ ਤੇ ਬੁਰਾ ਬੁਰਾ ਕਹਿ ਦੇਣਗੇ। ਤੇ ਆਪਣੇ ਤੇ ਡਿਪੈਂਡ ਕਰਦਾ ਸੀ ਕੀ ਬਣਨਾ। ਮਹਾਰਾਜ ਕਹਿੰਦੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। 68 ਤੀਰਥ ਸਗਲ ਪੁਨ ਜੀ ਦਇਆ ਪ੍ਰਵਾਨ। ਮਹਾਰਾਜ ਕਹਿੰਦੇ ਆਪਣੀ ਜਿੰਦ ਆਪਣੇ ਉੱਤੇ ਦਇਆ ਕਰ। ਪਹਿਲਾਂ ਆਪਣੇ ਤੇ ਦਇਆ ਕਰੀਏ, ਦੂਜੇ ਤੇ ਬਾਅਦ ਝੋੜੀਏ। ਆਪਣੀ ਜਿੰਦ ਉੱਤੇ ਇਹਦੇ ਤੇ ਤਰਸ ਕਰੀਏ ਨਾ। ਇਹ ਇਸ ਜਿੰਦ ਤੇ ਤਰਸ ਕਰਨ ਦਾ ਮਤਲਬ ਹੈ ਇਹ ਕਹਿੰਦੀ ਹੈ ਮੈਨੂੰ ਪਰਮਾਤਮਾ ਦਾ ਨਾਮ ਚਾਹੀਦਾ ਹੈ। ਜਿਵੇਂ ਭੋਜਨ ਚਾਹੀਦਾ ਤਨ ਵਾਸਤੇ, ਪਰਮਾਤਮਾ ਦਾ ਨਾਮ ਚਾਹੀਦਾ ਆਤਮਾ ਵਾਸਤੇ। ਉਹ ਜਿੰਦ ਅੰਦਰੋਂ ਕਹਿ ਰਹੀ ਹੈ ਕਿ ਮੈਂ ਜਿਸ ਵਾਸਤੇ ਆਈ ਹਾਂ ਮੈਨੂੰ ਉਹਦੇ ਵਾਲੇ ਬੰਨੇ ਮੈਨੂੰ ਖੁਰਾਕ ਤਾਂ ਦੇ। ਤੁਸੀਂ ਸ਼ਬਦ ਵੀ ਉਹਨੇ ਸਰਵਣ ਕੀਤਾ ਆਖਾਂ ਜੀਵਾਂ ਵਿਸਰੈ ਮਰ ਜਾਮ। ਆਖਣ ਔਖਾ ਸਾਚਾ ਨਾਮ। ਇਹ ਔਖੀ ਗੱਲ ਹੈ, ਪਰ ਮਹਾਰਾਜ ਕਹਿੰਦੇ ਜਿਹੜੇ ਤੁਰ ਪੈਂਦੇ ਉਹਨਾਂ ਵਾਸਤੇ ਸੌਖੀ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰੇ ਨੇ 68 ਤੀਰਥ ਸਗਲ ਪੁਨ ਜੀ ਦਇਆ ਪ੍ਰਵਾਨ। ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਜਿਹਨੂੰ ਪਰਮਾਤਮਾ ਤੁਰਠ ਕੇ ਆਪਣੀ ਰਹਿਮਤ ਦੇ ਦਿੰਦਾ ਹੈ, ਮਹਾਰਾਜ ਕਹਿੰਦੇ ਬੜਾ ਹੀ ਸਿਆਣਾ ਬਣ ਜਾਂਦਾ, ਸੁਭੜ ਸਿਆਣਾ ਹੋ ਜਾਂਦਾ ਹੈ। ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ। ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਜਿਨ੍ਹਾਂ ਨੂੰ ਪਰਮਾਤਮਾ ਮਿਲ ਪਿਆ, ਮਹਾਰਾਜ ਕਹਿੰਦੇ ਕੁਰਬਾਨ ਜਾਈਏ ਉਹਨਾਂ ਤੋਂ। ਅਖੀਰਲੀ ਤੁਕ ਵਿੱਚ ਮਾਘ ਸੁੱਚੇ ਸੇ ਕਾਂਢੀਐ ਹੈ। ਇਸ ਮਾਘ ਦੇ ਮਹੀਨੇ ਰਾਹੀਂ ਮਹਾਰਾਜ ਕਹਿੰਦੇ ਅੰਦਰ ਦੀ ਪਵਿੱਤਰਤਾ ਵਾਲੇ ਬੰਦੇ ਉਹ ਨੇ ਜਿਨ ਪੂਰਾ ਗੁਰ ਮਿਹਰਬਾਨ, ਜਿਨ੍ਹਾਂ ਨੇ ਮਿਹਰਬਾਨ ਸਤਿਗੁਰੂ ਦੀ ਬਖਸ਼ਿਸ਼ ਲੈ ਲਈ। ਇਹਦਾ ਮਤਲਬ ਹੋ ਗਿਆ ਕਿ ਮਹਾਰਾਜ ਨੇ ਸਾਨੂੰ ਕਿਹਾ ਕਿ ਤੁਸੀਂ ਜਿਹੜਾ ਤਨ ਦਾ ਇਸ਼ਨਾਨ ਕਰਾਉਣਾ ਹੈ ਉਹਨੂੰ ਉਹ ਹੋਵੇ ਚਾਹੇ ਨਾ ਹੋਵੇ, ਪਰ ਮਨ ਦਾ ਇਸ਼ਨਾਨ ਜ਼ਰੂਰ ਕਰਾਈਏ ਆਪਾਂ।
ਜਿਹਨੂੰ ਅਸੀਂ ਰੋਜ਼ ਪੜ੍ਹਦੇ ਹਾਂ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਮੈ ਕੈ ਰੰਗ। ਜਿਹਨੂੰ ਬਾਣੀ ਚ ਮਹਾਰਾਜ ਕਹਿੰਦੇ ਤੀਰਥ ਨਹਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਹਦੇ ਵਿੱਚ ਇੱਕ ਬਚਨ ਆਉਂਦਾ ਹੈ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਸੰਗਤ ਮੀਤ ਮਿਲਾਪ ਪੂਰਾ ਨਹਾਵਣ। ਇਹਦਾ ਮਤਲਬ ਅਧੂਰਾ ਇਸ਼ਨਾਨ ਵੀ ਕੋਈ ਹੁੰਦਾ, ਗੁਰੂ ਨੇ ਪੂਰਾ ਸ਼ਬਦ ਵਰਤਿਆ। ਸੰਗਤ ਮੀਤ ਮਿਲਾਪ, ਸੰਗਤ ਵਿੱਚ ਬੈਠ ਕੇ ਪ੍ਰਮਾਤਮਾ ਦੀ ਸਿਫਤ ਕਰੇਗਾ ਪੂਰਾ ਨਹਾਵਣ। ਮਹਾਰਾਜ ਕਹਿੰਦੇ ਤੇਰਾ ਪੂਰਾ ਇਸ਼ਨਾਨ ਹੋ ਗਿਆ। ਆਓ ਇਤਿਹਾਸ ਨਾਲ ਵੀ ਜੁੜ ਜਾਈਏ, ਕਿਉਂਕਿ ਆਪਾਂ ਸਮੇਂ 'ਚ ਰਹਿ ਕੇ ਆਪਾਂ ਲੜੀਵਾਰ ਵਿਆਖਿਆ, ਫਿਰ ਹੁਕਮ ਜਿਹੜਾ ਕੱਲ ਮਹੀਨਾ ਆਰੰਭ ਹੋਇਆ ਉਸ ਦੀ ਵਿਆਖਿਆ ਮੈਂ ਸੰਖੇਪ ਕੀਤੀ ਹੈ। ਹੁਣ ਜਿਹੜਾ ਇਤਿਹਾਸ ਹੈ, ਆਪਾਂ ਇਤਿਹਾਸ ਨਾਲ ਵੀ ਜੁੜਨਾ। ਕਿਹੜਾ ਕੱਲ ਦਿਨ ਲੱਗਿਆ ਹੈ, ਮਾਘੀ ਦਾ ਮਹੀਨਾ, ਮੁਕਤਸਰ ਦੀ ਜਿਹਨੂੰ ਅਸੀਂ ਜੰਗ ਕਹਿੰਦੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਮੇਰੇ ਰਹਿਮਤ ਦਾ ਸਤਿਗੁਰੂ ਵਰਤਾਉਂਦੇ ਨੇ, ਸਾਧ ਸੰਗਤ ਆਪ ਜੀ ਨੂੰ ਪਤਾ ਕਿ ਆਨੰਦਪੁਰ ਨੂੰ ਘੇਰਾ ਪਾਇਆ ਗਿਆ। ਮੈਂ ਇੱਥੋਂ ਇੱਕ ਗੱਲ ਸ਼ੁਰੂ ਕਰਨ ਲੱਗਿਆ। ਆਨੰਦਪੁਰ ਨੂੰ ਘੇਰਾ ਲੰਮਾ ਸਮਾਂ ਪਿਆ, ਤਕਰੀਬਨ 8 ਮਹੀਨੇ ਦਾ ਘੇਰਾ ਹੈ ਜਿਹੜਾ ਆਨੰਦਪੁਰ ਦਾ ਹੈ। ਤੇ ਇਸ ਮਹੀਨੇ ਇਸ ਘੇਰੇ ਦੇ ਰਾਹੀਂ ਮੈਂ ਜੋ ਪੜ੍ਹਿਆ ਹੈ ਕਿ ਕੁਝ ਲੋਕ ਜਿਹੜੇ ਸਨ, ਸਿੱਖ ਕਹਿ ਲੋ, ਸਿੰਘ ਕਹਿ ਲੋ, ਉਹ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਜਾਂਦੇ ਸੀ ਤੇ ਉੱਥੇ ਕੁਝ ਸਮਾਂ ਰਹਿ ਕੇ ਵਾਪਸ ਆ ਜਾਂਦੇ ਸਨ। ਇੱਕ ਜ਼ਿਕਰ ਆਉਂਦਾ ਸਨ 1701 ਵਿੱਚ, ਜਿਹੜਾ ਦੁਨੀ ਚੰਦ ਦਾ ਸੀ ਜ਼ਿਕਰ ਕਰਦੇ, ਇਹ ਮਜੀਠੇ ਦਾ ਰਹਿਣ ਵਾਲਾ। ਇਹਦੇ ਜਿਹੜੇ ਪੋਤਰੇ ਸਨ ਅਨੂਪ ਸਿੰਘ ਤੇ ਸਰੂਪ ਸਿੰਘ, ਉਹਦੀ ਅਗਵਾਈ ਵਿੱਚ 1701 ਵਿੱਚ, ਉਹਨਾਂ ਦੋਨਾਂ ਭਰਾਵਾਂ ਦੀ ਅਗਵਾਈ ਵਿੱਚ ਇਹ ਜਿਹੜਾ ਇੱਕ ਕਾਫਲਾ ਲੈ ਕੇ ਆਇਆ, ਜਿਹਦੇ ਵਿੱਚ ਮਾਤਾ ਭਾਗ ਕੌਰ ਵੀ ਆਉਣਾ ਚਾਹੁੰਦੀ ਸੀ, ਪਰ ਉਹਨਾਂ ਦੇ ਪਰਿਵਾਰ ਨੇ ਆਉਣ ਨਾ ਦਿੱਤਾ। ਉਹਨਾਂ ਕਿਹਾ ਨਹੀਂ, ਕੋਈ ਵੀ ਇਹਦੇ ਵਿੱਚ ਬੀਬੀ ਨਾਲ ਨਹੀਂ ਹੈ, ਸਾਰੇ ਸਿੰਘ ਜਾ ਰਹੇ ਨੇ, ਇਸ ਕਰਕੇ ਕਿਤੇ ਸਮਾਂ ਬਣਿਆ ਤੇ ਫਿਰ ਤੁਸੀਂ ਚਲੇ ਜਾਓ ਜੇ। ਪਰਿਵਾਰ ਨੇ ਜਾਣ ਨਾ ਦਿੱਤਾ, ਇਸ ਕਰਕੇ ਮਾਤਾ ਭਾਗ ਕੌਰ ਉਸ ਵੇਲੇ ਰਹਿ ਗਏ। 1701 ਵਿੱਚ ਵੀ ਜਥਾ ਇੱਕ ਪਾਇਆ ਸੀ। ਇਹ ਫਿਰ ਜਥਾ ਜਦੋਂ ਇੱਥੇ ਆਇਆ, ਸਿੰਘ ਆਉਂਦੇ ਜਾਂਦੇ ਰਹਿੰਦੇ ਸਨ। ਜੋ ਘਟਨਾਵਾਂ ਆਨੰਦਪੁਰ ਦੀਆਂ ਸੀ ਉਹ ਆ ਕੇ ਪੰਜਾਬ ਵਿੱਚ, ਮਾਝੇ ਦੁਆਬੇ ਮਾਲ ਵਿੱਚ ਪਤਾ ਲੱਗਦਾ ਰਹਿੰਦਾ ਸੀ ਕੀ ਕੁਝ ਵਾਪਰਿਆ। ਪਰ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੰਦਪੁਰ ਦਾ ਕਿਲ੍ਹਾ ਛੱਡ ਦਿੰਦੇ ਨੇ, ਉਦੋਂ ਕੁਝ ਸਿੱਖ ਇਹ ਕਹਿ ਲਓ ਕਿ ਪੰਜਾਬ ਦੀ ਧਰਤੀ ਤੇ ਵੀ ਕਿਸੇ ਤਰੀਕੇ ਨਾਲ ਪਹੁੰਚ ਗਏ ਸਨ। ਕੁਝ ਸਤਿਗੁਰੂ ਮਹਾਰਾਜ ਜੀ ਦੇ ਨਾਲ ਸਰਸਾ ਤੋਂ ਵਿਛੜ ਕੇ ਆ ਗਏ ਸਨ। ਜਦੋਂ ਸਰਸਾ ਤੇ ਵਿਛੋੜਾ ਪੈਂਦਾ ਤੇ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ 3 ਹਿੱਸਿਆਂ 'ਚ ਵੰਡਿਆ ਜਾਂਦਾ। ਮਹਾਰਾਜ ਦੇ ਨਾਲ ਵੱਡੇ ਸਾਹਿਬਜ਼ਾਦੇ ਚਮਕੌਰ ਨੂੰ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਇਹ ਗੰਗੂ ਆਪਣੇ ਪਿੰਡ ਲੈ ਆਉਂਦਾ, ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਭਾਈ ਮਨੀ ਸਿੰਘ ਦੇ ਨਾਲ ਦਿੱਲੀ ਵੱਲ ਨੂੰ ਆ ਜਾਂਦੇ ਆ। ਮੈਂ ਜਿਹੜੀ ਬੇਨਤੀ ਕਰਨ ਲੱਗਿਆ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਮਕੌਰ ਦੀ ਜੰਗ ਹੁੰਦੀ ਹੈ। ਮਹਾਰਾਜ ਆਪਣੇ ਉੱਥੇ ਸਾਹਿਬਜ਼ਾਦੇ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾ ਦਿੰਦੇ ਨੇ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਸ਼ਹੀਦ ਹੋ ਜਾਂਦੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਚਮਕੌਰ ਦੀ ਗੜੀ ਨੂੰ ਛੱਡਦੇ ਨੇ, ਜਿਹਨੂੰ ਅਸੀਂ ਤਾੜੀ ਮਾਰ ਕੇ ਕਹਿੰਦੇ ਕਿ ਮਹਾਰਾਜ ਨੇ ਤਾੜੀ ਮਾਰ ਕੇ ਕਿਹਾ ਸੀ ਹਿੰਦੇ ਪੀਰ ਜਾ ਰਿਹਾ। ਇਹ ਮਹਾਰਾਜ ਨੇ ਚਮਕੌਰ ਦੀ ਗੜੀ ਛੱਡ ਦਿੱਤੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਾਲਵੇ ਵਿੱਚ ਵਿਚਰ ਰਹੇ ਨੇ। ਹੁਣ ਆਪਾਂ ਇੱਥੋਂ ਇਤਿਹਾਸ ਇੱਧਰੋਂ ਛੱਡ ਕੇ ਦੂਜੇ ਬੰਨੇ ਸ਼ੁਰੂ ਕਰਨਾ ਹੈ। ਜਿਹੜੇ ਮਜ਼ਹਰ ਆਏ, ਜਿਨ੍ਹਾਂ ਨੇ ਸ਼ਹਾਦਤ ਦੇ ਜਾਮ ਪੀਤੇ, ਉਹ ਕਿਵੇਂ ਸਤਿਗੁਰੂ ਮਹਾਰਾਜ ਜੀ ਕੋਲੇ ਪਹੁੰਚਦੇ ਨੇ। ਇਹਦੇ ਤੇ ਵੱਖ-ਵੱਖ ਰਿਆਂ ਨੇ, ਕਿਉਂਕਿ ਸਾਡੇ ਸਿੱਖ ਧਰਮ ਦੇ ਅੰਦਰ ਅਸੀਂ ਬਣਾਇਆ ਜ਼ਰੂਰ ਹੈ ਇਤਿਹਾਸ, ਪਰ ਲਿਖਿਆ ਬਹੁਤ ਘੱਟ ਹੈ। ਜੇ ਲਿਖਿਆ ਉਹਦੇ ਵਿੱਚ ਮਿਲਾਵਟ ਬਹੁਤ ਜ਼ਿਆਦਾ, ਤਾਂ ਕਿ ਜਦੋਂ ਕੋਈ ਬੁਲਾਰਾ ਸੁਣਾਉਂਦਾ ਹੈ ਤੇ ਜਿਨ੍ਹਾਂ ਨੇ ਕੁਝ ਹੋਰ ਪੜ੍ਹਿਆ ਹੁੰਦਾ ਜਾਂ ਕੁਝ ਹੋਰ ਸੁਣਿਆ ਹੁੰਦਾ, ਉਹਨਾਂ ਦੇ ਕਈ ਵਾਰ ਮਨ ਵਿੱਚ ਆ ਜਾਂਦਾ ਅਸੀਂ ਤਾਂ ਫਲਾਨੀ ਗੱਲ ਸੁਣੀ ਸੀ ਜਾਂ ਅਸੀਂ ਤਾਂ ਫਲਾਨੀ ਗੱਲ ਪੜ੍ਹੀ ਸੀ। ਮੈਂ ਉਹ ਗੱਲ ਕਰਨ ਲੱਗਾ ਜਿਹੜੀ ਪ੍ਰਚਲਿਤ ਹੈ, ਕੋਈ ਨਵੀਂ ਗੱਲ ਨਹੀਂ ਕਰਾਂਗਾ, ਜਦ ਕਿ ਬਹੁਤ ਕੁਝ ਨਵੀਆਂ ਖੋਜਾਂ ਵੀ ਆ ਗਈਆਂ ਨੇ। ਪਰ ਮੈਂ ਜੋ ਪ੍ਰਚਲਿਤ ਹੈ, ਜੋ ਸਾਡੀ ਸੁਰਤ ਵਿੱਚ, ਮੈਂ ਉਹੀ ਜ਼ਿਕਰ ਕਰਨ ਲੱਗਿਆ, ਜਿਹਨੂੰ ਲਗਭਗ ਸਾਰਿਆਂ ਨੇ ਮੰਨਿਆ ਹੈ ਕਿ ਬਦਾਵਾ ਕਿੱਥੇ ਹੋਇਆ। ਸਿਰਫ ਕਵੀ ਸੰਤੋਖ ਸਿੰਘ ਨੂੰ ਛੱਡ ਕੇ ਸੂਰਜ ਪ੍ਰਕਾਸ਼ ਨੂੰ, ਬਾਕੀ ਸਾਰਿਆਂ ਦਾ ਮਤ ਇੱਕੋ ਹੀ ਹੈ। ਉਹਦੇ ਮੁਤਾਬਕ ਜਿਹੜਾ ਆਨੰਦਪੁਰ ਦਾ ਲਿਖਦਾ ਉਹ, ਪਰ ਬਾਕੀ ਜਿਹੜੇ ਨੇ ਵਿਦਵਾਨਾਂ ਨੂੰ, ਸੋਹਣ ਸਿੰਘ ਸ਼ੀਤਲ ਦੀ ਬੜੀ ਖੋਜ ਹੈ। ਮੈਂ ਕੱਲ ਵੀ ਪਰਸੋਂ ਜ਼ਿਕਰ ਕੀਤਾ ਸੀ, ਉਹਨਾਂ ਦੀ ਕਿਤਾਬ ਹੈ ਮਨੁੱਖਤਾ ਦੇ ਗੁਰੂ ਗੋਬਿੰਦ ਸਿੰਘ। ਜੇ ਕੋਈ ਪੜ੍ਹਨ ਦਾ ਸ਼ੌਂਕ ਰੱਖਦਾ ਹੋਵੇ ਤਾਂ ਕਿਤਾਬ ਜ਼ਰੂਰ ਪੜ੍ਹਿਓ ਜੀ। ਇਹ ਸਾਰਾ ਨਿਤਾਰਾ ਹੋ ਜਾਏਗਾ, ਕੋਈ ਉਹਨਾਂ ਨੇ ਕਸਰ ਛੱਡੀ ਨਹੀਂ, ਸਾਰਾ ਜ਼ਿਕਰ ਕਰ ਦਿੱਤਾ। ਬੜੀ ਵੱਡੀ ਕਿਤਾਬ ਹੈ, ਪੜ੍ਹਿਓ ਜੇ ਕਿਤੇ ਤੁਹਾਨੂੰ ਮੌਕਾ ਮਿਲੇ। ਤੇ ਮੈਂ ਉਹਦੇ ਵਿੱਚੋਂ ਜ਼ਿਕਰ ਕਰਨ ਲੱਗਿਆ ਕਿ ਉਹਨਾਂ ਨੇ ਇਹਦਾ ਸਾਰਾ ਵਿਸਥਾਰ ਕੀਤਾ ਹੋਇਆ। ਲਗਭਗ ਜਿਹੜਾ ਰਾਮੇਆਣਾ ਪਿੰਡ ਹੈ ਨਾ, ਇੱਥੋਂ ਦਾ ਜ਼ਿਕਰ ਸਾਰੇ ਵਿਦਵਾਨ ਕਰ ਰਹੇ ਨੇ। ਸੂਰਜ ਪ੍ਰਕਾਸ਼ ਨੂੰ ਛੱਡ ਕੇ ਵੀ ਜਿਹੜਾ ਬਦਾਵਾ ਲਿਖਣ ਦੀ ਗੱਲ ਇੱਥੇ ਜ਼ਿਕਰ ਆਉਂਦਾ, ਪਰ ਉਹ ਗੱਲ ਹੋਈ ਕਿਵੇਂ, ਇਹਦਾ ਮੈਂ ਜ਼ਿਕਰ ਕਰਨ ਲੱਗਿਆ। ਸਾਧ ਸੰਗਤ ਜੀ, ਮਾਤਾ ਭਾਗ ਕੌਰ
ਇਹਨਾਂ ਦੇ ਪੱਟੀ ਸਹੁਰੇ ਨੇ। ਪੱਟੀ ਉਹੀ ਜਿਹੜਾ ਮੇਰਾ ਸ਼ਹਿਰ ਹੈ ਜਿਹਦਾ ਜ਼ਿਕਰ ਜਦੋਂ ਮੇਰੇ ਨਾਮ ਬੋਲਿਆ ਜਾਂਦਾ ਗੁਰਮੀਤ ਸਿੰਘ ਪੱਟੀ, ਉਹ ਪੱਟੀ ਸ਼ਹਿਰ ਦਾ ਨਾਮ ਹੈ। ਇਹ 9 ਲੱਖੀ ਪੱਟੀ ਮੰਨੀ ਜਾਂਦੀ ਸੀ, 9 ਲੱਖ ਮਾਮਲਾ ਕਰਦਾ ਸੀ ਇਸ ਪੱਟੀ ਨੂੰ। 2 ਨਸ਼ਹਿਰੇ ਤੇ ਇੱਕ ਝਬਾਲ, ਇੱਕ ਨਸ਼ਹਿਰਾ ਢਾਲਾ ਆ ਜਾਂਦਾ, ਇੱਕ ਨਸ਼ਹਿਰਾ ਪੰਨੂ ਆ ਜਾਂਦਾ ਹੈ। ਇਹ ਜਿਹੜੇ 3 ਇਲਾਕੇ ਸਨ, 3 ਇਲਾਕਿਆਂ ਦੇ ਚੌਧਰੀ 3-3 ਲੱਖ ਰੁਪਈਆ ਗਾਉਂਦੇ ਸਨ ਤੇ ਇਹ 9 ਲੱਖੀ ਪੱਟੀ ਵੱਜਦੀ ਸੀ। ਉਹਨਾਂ ਤਾਂ ਵੀ ਅੱਜ ਵੀ ਤੁਸੀਂ ਦੇਖੋ ਪੁਰਾਣੇ ਬੰਦੇ ਜਿਹੜੇ ਉਹਨਾਂ ਨੂੰ ਪਤਾ ਇਹਨੂੰ 9 ਲੱਖੀ ਪੱਟੀ ਕਹਿੰਦੇ। 9 ਲੱਖੀ ਦਾ ਮਤਲਬ 9 ਲੱਖ ਮਾਮਲਾ ਕਰਦਾ ਸੀ। ਮੈਂ ਜ਼ਿਕਰ ਕਰਨ ਲੱਗਿਆ ਮਾਤਾ ਭਾਗ ਕੌਰ ਜੀ ਉੱਥੇ ਵਿਆਹੇ ਹੋਏ ਨੇ, ਤੇ ਮਾਤਾ ਭਾਗ ਕੌਰ ਜੀ ਹੈ ਕੌਣ ਇਹ ਵੀ ਥੋੜਾ ਜਾਣਨਾ ਜ਼ਰੂਰੀ ਹੈ। ਸਾਧ ਸੰਗਤ ਜੀ, ਝਬਾਲ ਦੇ ਵਿੱਚ ਇੱਕ ਹਿੰਦੂ ਫੈਮਿਲੀ ਸੀ, ਹਿੰਦੂ ਪਰਿਵਾਰ ਸੀ। ਉਹ ਮੁਸਲਮਾਨ ਹੋ ਗਿਆ, ਉਹਦਾ ਨਾਮ ਬਦਲ ਕੇ ਰੱਖਿਆ ਗਿਆ ਅਬੁਲ ਖੈਰ। ਇਹ ਅਬੁਲ ਖੈਰ ਹੈ ਹਿੰਦੂ ਸੀ, ਖੱਤਰੀ ਸੀ, ਪਰ ਮੁਸਲਮਾਨ ਬਣ ਗਿਆ। ਇਸ ਅਬੁਲ ਖੈਰ ਦੇ ਘਰ 2 ਪੁੱਤਰ ਪੈਦਾ ਹੁੰਦੇ। ਇੱਕ ਦਾ ਨਾਮ ਲਗਾ ਸ਼ਾਹ ਹੈ ਤੇ ਦੂਜੇ ਦਾ ਨਾਮ ਪੈਰੋ ਸ਼ਾਹ ਹੈ। ਲਗਾ ਸ਼ਾਹ ਮੈਂ ਤਾਂ ਵਰਤਿਆ, ਪਹਿਲਾ ਨਾਮ ਇਹੀ ਸੀ, ਪਰ ਉਹ ਗੁਰੂ ਦਾ ਸਿੱਖ ਬਣ ਗਿਆ ਜਿਹਨੂੰ ਭਾਈ ਲਗਾ ਦੇ ਨਾਲ ਅਸੀਂ ਯਾਦ ਕਰਦੇ ਹਾਂ। ਭਾਈ ਲਗਾ ਇਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਸਿੱਖੀ ਧਾਰਨ ਕਰ ਲਈ ਸੀ ਇਹਨਾਂ ਨੇ। ਮੈਂ ਜਿਹੜਾ ਜ਼ਿਕਰ ਕਰਨ ਲੱਗਿਆ ਕਿ ਮਾਤਾ ਭਾਗਪੁਰ ਅਸੀਂ ਸੁਣਾ ਤਾਂ ਦਿੰਦੇ, ਪਰ ਥੋੜਾ ਜਿਹਾ ਉਹਨਾਂ ਦਾ ਇਤਿਹਾਸ ਦੇਖੀਏ ਕੌਣ ਨੇ ਉਹ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਟਾਈਮ ਤੇ ਇਹ ਪਰਿਵਾਰ ਨੇ ਬਖਸ਼ਿਸ਼ਾਂ ਲਈਆਂ। ਵੈਸੇ ਤਾਂ ਇਤਿਹਾਸਕਾਰ ਇਹ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਸਾਧ ਸੰਗਤ ਜੀ ਸੁਲਤਾਨਪੁਰ ਲੋਧੀ ਤੋਂ ਨਨਕਾਣਾ ਸਾਹਿਬ ਇੱਧਰ ਆਉਂਦੇ ਨੇ, ਮਹਾਰਾਜ ਜੀ ਆਪਣੇ ਇਲਾਕੇ ਵਿੱਚ ਪਿੰਡ ਵਿੱਚ ਆਉਂਦੇ ਨੇ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਇਹ ਰਸਤਾ ਮੇਨ ਚੱਲਦਾ ਹੁੰਦਾ ਸੀ। ਆਪ ਜੀ ਨੂੰ ਪਤਾ ਹੋਵੇ ਜਿਹੜੇ ਪੁਰਾਣੇ ਬਜ਼ੁਰਗ ਹੈ ਉਹਨਾਂ ਨੂੰ ਇਸ ਗੱਲ ਦਾ ਪਤਾ ਕਿ ਇਹ ਮੇਨ ਹਾਈਵੇ ਇਹੋ ਹੀ ਹੁੰਦਾ ਸੀ ਜਿਹੜਾ ਸਿੱਧਾ ਸੁਲਤਾਨਪੁਰ ਲੋਧੀ ਤੋਂ ਲੈ ਕੇ ਝਬਾਲ ਇਹ ਤਰਨਤਾਰਨ ਹੁੰਦਿਆਂ ਹੋਇਆਂ ਅੱਗੇ ਇਹ ਰਸਤਾ ਨਿਕਲ ਜਾਂਦਾ ਹੈ। ਇਸ ਝਬਾਲ ਦਾ ਵੀ ਇਲਾਕਾ ਬਹੁਤ ਵੱਡਾ ਹੈ ਕਿਉਂਕਿ ਜਿਹੜਾ ਭਾਈ ਲਗਾ 84 ਪਿੰਡਾਂ ਦਾ ਮਾਲਕ ਹੈ। ਇਹ ਸੀ ਸਖੀ ਸਰਵਰੀਆ। ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ, ਮਹਾਰਾਜ ਨੇ ਰਹਿਮਤਾਂ ਵਰਤਾਈਆਂ, ਹੌਲੀ ਹੌਲੀ ਸਤਿਗੁਰਾਂ ਦੇ ਕੋਲੇ ਜਾਣ ਲੱਗ ਪਿਆ, ਸਿੱਖੀ ਧਾਰਨ ਕਰ ਲਈ। ਫਿਰ ਜਦੋਂ ਮਹਾਰਾਜ ਅੰਮ੍ਰਿਤਸਰ ਦੀ ਸੇਵਾ ਕਰਵਾ ਰਹੇ ਸਨ ਤੇ ਬਹੁਤ ਵੱਡੀ ਸੇਵਾ ਇਸ ਪਰਿਵਾਰ ਨੇ ਕੀਤੀ, ਭਾਈ ਲਗਾ ਨੇ। ਸ਼ਾਇਦ ਤੁਹਾਨੂੰ ਯਾਦ ਹੋਵੇ ਜਦੋਂ ਗੁਰੂ ਹਰਗੋਬਿੰਦ ਮਹਾਰਾਜ ਨੇ ਆਪਣੀ ਪੁੱਤਰੀ ਬੀਬੀ ਵੀਰੋ ਦਾ ਵਿਆਹ ਰੱਖਿਆ ਸੀ ਤੇ ਉਸ ਵੇਲੇ ਫੌਜ ਚੜਾਈ ਸੀ ਉਸ ਦਿਨ ਹੀ, ਤੇ ਮਹਾਰਾਜ ਨੇ ਸਭ ਤੋਂ ਪਿਆਰਾ ਆਪਣਾ ਸਿੱਖ ਜਾਣ ਕੇ ਆਪਣੀ ਬੇਟੀ ਨੂੰ ਝਬਾਲ ਭੇਜਿਆ ਸੀ ਵੀ ਤੇਰਾ ਵਿਆਹ ਉੱਥੇ ਹੋਏਗਾ, ਆਨੰਦ ਕਾਰਜ ਉੱਥੇ ਹੋਏਗਾ। ਬੀਬੀ ਵੀਰੋ ਦੇ ਆਨੰਦ ਕਾਰਜ ਭਾਈ ਲਗਾ ਦੀ ਨਿਗਰਾਨੀ ਵਿੱਚ ਹੋਏ ਨੇ। ਇਹ ਕੋਈ ਸੌਖੀ ਗੱਲ ਨਹੀਂ। ਹਕੂਮਤ ਇੱਕ ਬੰਨੇ ਸਤਿਗੁਰੂ ਮਹਾਰਾਜ ਦੇ ਮਗਰ ਲੱਗੀ ਹੋਵੇ ਤੇ ਦੂਸਰੇ ਬੰਨੇ ਉਸ ਹਕੂਮਤ ਦਾ ਉਹਨਾਂ ਦੇ ਮੁਤਾਬਕ ਬਾਗੀਆਂ ਦਾ ਸਾਥ ਦੇਣਾ ਇਹ ਕੋਈ ਛੋਟੀ ਗੱਲ ਨਹੀਂ ਸੀ, ਬੜੀ ਬਹਾਦਰੀ ਚਾਹੀਦੀ ਸੀ। ਭਾਈ ਲਗਾ ਨੇ ਬੀਬੀ ਵੀਰੋ ਦੇ ਵਿਆਹ ਦੀ ਸਾਰੀ ਜ਼ਿੰਮੇਵਾਰੀ ਸੰਭਾਲੀ। ਖੈਰ ਮੈਂ ਜਿਹੜੀ ਬੇਨਤੀ ਕਰ ਲੱਗਿਆ ਕਿ ਭਾਈ ਲਗਾ ਤੇ ਭਾਈ ਪਾਰੋ 2 ਭਰਾ ਨੇ। ਭਾਈ ਪਾਰੋ ਨੇ ਵੀ ਸਿੱਖੀ ਧਾਰਨ ਕਰ ਲਈ ਤੇ ਭਾਈ ਪਾਰੋ ਦਾ ਅੱਗੋਂ ਪੁੱਤਰ ਹੋਇਆ ਮਾਲੋ ਸ਼ਾਹ। ਇਹ ਵੀ ਗੁਰੂ ਦਾ ਸਿੱਖ ਬਣਿਆ। ਮਾਲੋ ਸ਼ਾਹ ਦੇ ਘਰ ਜਿਹੜੀ ਬੇਟੀ ਪੈਦਾ ਹੋਈ ਉਹਦਾ ਨਾਮ ਭਾਗਪੁਰ ਰੱਖਿਆ ਗਿਆ। ਇਹ ਜਿਹੜਾ ਜ਼ਿਕਰ ਕੀਤਾ ਵੀ ਪਰਿਵਾਰ ਬੜੀ ਬਖਸ਼ਿਸ਼ ਵਾਲਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਸ਼ਨ ਹੁੰਦੇ ਰਹੇ ਇਸ ਬੀਬੀ ਮਾਤਾ ਭਾਗਪੁਰ ਨੂੰ। ਗੁਰੂ ਤੇਗ ਬਹਾਦਰ ਜੀ ਤੋਂ ਰਹਿਮਤਾਂ ਲੈਂਦੀ ਰਹੀ ਹੈ ਬੀਬੀ। ਤੇ ਜਦੋਂ ਸਮਾਂ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਮਹਾਰਾਜ ਨੇ ਸਨ 1699 ਦੀ ਵਿਸਾਖੀ ਨੂੰ ਜਿਸ ਦਿਨ ਖਾਲਸਾ ਪੰਥ ਸਾਜਿਆ ਉਸ ਦਿਨ ਮਾਤਾ ਭਾਗਪੁਰ ਨੇ ਅੰਮ੍ਰਿਤ ਛਕ ਲਿਆ ਸੀ। ਇੱਕ ਕੁਝ ਗੱਲਾਂ ਦਾ ਸਾਨੂੰ ਹੋ ਸਕਦਾ ਨਾ ਪਤਾ ਹੋਵੇ, ਅਸੀਂ ਤਾਂ ਹੋਰ ਹੀ ਕੁਝ ਬਣਾ ਕੇ ਇਤਿਹਾਸ ਰੱਖ ਦਿੱਤਾ ਹੈ। ਪਰ ਇਹ ਜਦੋਂ ਅਸੀਂ ਪਿਛੋਕੜ ਦੇਖਦੇ ਪਰਿਵਾਰਾਂ ਦੇ, ਬੜੀ ਵੱਡੀ ਕਿਰਪਾ ਵਾਲੇ ਪਰਿਵਾਰ ਨੇ। ਸਾਧ ਸੰਗਤ ਉਹਨਾਂ ਨੇ 1699 ਦੀ ਵਿਸਾਖੀ ਨੂੰ ਖੰਡੇ ਬਾਟੇ ਦੀ ਪੌੜ ਛਕੀ ਸੀ ਮਾਤਾ ਭਾਗਪੁਰ ਨੇ। ਇਹ ਸਾਧ ਸੰਗਤ ਜੀ ਫਿਰ ਪੰਜਾਬ ਦੀ ਧਰਤੀ ਤੇ ਆ ਕੇ ਇਸ ਇਲਾਕੇ ਵਿੱਚ ਗੁਰਮਤਿ ਦਾ ਪ੍ਰਚਾਰ ਮਾਤਾ ਭਾਗਪੁਰ ਬਹੁਤ ਕਰਦੀ ਰਹੀ। ਸਿੱਖੀ ਦਾ ਪ੍ਰਚਾਰ ਬੜਾ ਕੀਤਾ ਉਹਨਾਂ ਨੇ। ਇਸੇ ਵੀ ਮਾਤਾ ਭਾਗਪੁਰ ਸਿਰ ਤੇ ਦਮਾਲਾ ਸਜਾਉਂਦੇ ਸਨ। ਅੱਜ ਵੀ ਤੁਸੀਂ ਦੇਖੋਗੇ ਕਿ ਕਈ ਵਾਰ ਕਈ ਪਰਿਵਾਰਾਂ ਵਿੱਚ ਬੀਬੀਆਂ ਸਿਰਾਂ ਤੇ ਦਮਾਲੇ ਬੰਨ ਲੈਂਦੀਆਂ ਨੇ, ਬੰਨ੍ਹਦੀਆਂ ਨੇ, ਸਜਾਉਂਦੀਆਂ ਨੇ। ਪਰ ਉਦੋਂ ਮਾਤਾ ਭਾਗਪੁਰ ਨੇ ਆਪਣੇ ਸਿਰ ਤੇ ਦਮਾਲਾ ਬੰਨਿਆ ਹੋਇਆ ਸੀ। ਉਹ ਚੋਲਾ ਪਾਉਂਦੇ ਸਨ, ਸ਼ਸਤਰ ਧਾਰੀ ਸਨ, ਸ਼ਸਤਰ ਧਾਰਨ ਕੀਤੇ ਹੋਏ ਸਨ ਉਹਨਾਂ ਨੇ। ਬਾਣੀ ਪੜਨ ਵਾਲੀ ਗੁਰਮੁਖ ਰੂਹ ਸੀ। ਇਹਨਾਂ ਦਾ ਵਿਆਹ ਪੱਟੀ ਹੋਇਆ ਹੈ। ਜਿਸ ਦਿਨ ਦੇਸ ਰਾਜ ਦੀ ਮੌਤ ਹੁੰਦੀ ਹੈ ਮਾਤਾ ਭਾਗਪੁਰ ਦੇ ਸਹੁਰਾ ਸਾਹਿਬ ਦੀ, ਉਹਨਾਂ ਦੀ ਜਿੱਦਣ ਮੌਤ ਹੁੰਦੀ, ਮੈਂ ਤਾਂ ਜ਼ਿਕਰ ਕਰਨ ਲੱਗਿਆ ਸੀ ਪਹੁੰਚਣਾ ਮੁਕਤਸਰ ਦੀ ਜੰਗ ਦੇ ਉੱਤੇ, ਤੇ ਗੱਲ ਇੱਥੋਂ ਸ਼ੁਰੂ ਹੋਣੀ ਜਿਹੜੀ ਬਦਾਵੇ ਵਾਲੀ ਗੱਲ ਹੈ। ਸਾਧ ਸੰਗਤ ਜੀ ਪੱਟੀ ਵਿੱਚ ਇਕੱਠ ਹੁੰਦਾ ਹੈ ਦਸਵੇਂ ਤੇ, ਸਾਰੀ ਸੰਗਤ ਇਕੱਠੀ ਹੁੰਦੀ ਹੈ, ਇਲਾਕਾ ਸਾਰਾ ਇਕੱਠਾ, ਕਿਉਂਕਿ ਝਬਾਲ ਦੇ ਇਹ ਚੌਧਰੀ ਨੇ, ਬੜਾ ਇਲਾਕੇ ਦੇ ਵਿੱਚ ਮਾਣ ਤਾਣ ਹੈ, ਇਕੱਠ ਬੜਾ ਵੱਡਾ ਸੀ। ਉਸ ਵੱਡੇ ਇਕੱਠ ਦੇ ਵਿੱਚ ਇੱਕ ਸਿੱਖ ਆਇਆ ਜਿਹੜਾ ਸਤਿਗੁਰੂ ਮਹਾਰਾਜ ਜੀ ਤੋਂ ਵਿਛੜਿਆ ਹੋਇਆ ਸੀ ਸਰਸਾ ਤੋਂ।
ਇੱਥੇ ਪਹੁੰਚਦਿਆਂ ਖਬਰਾਂ ਇਸ ਤਰ੍ਹਾਂ ਮਿਲਦੀਆਂ ਸਨ, ਜਿਹੜੀ ਖਬਰ ਮਿਲਦੀ ਸੀ ਪੰਜਾਬ 'ਚ ਪਹੁੰਚੀ ਜਾਂਦੀ ਸੀ। ਖਬਰ ਮਿਲ ਗਈ ਕਿ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਛੱਡ ਕੇ ਚਲੇ ਗਏ ਨੇ, ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਮਾਤਾ ਗੁਜਰ ਕੌਰ ਜੀ ਸ਼ਹੀਦ ਹੋ ਗਏ ਨੇ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਲਵੇ ਦੀ ਧਰਤੀ ਤੇ ਵਿਚਰਦੇ ਨੇ, ਪਰ ਪਤਾ ਨਹੀਂ ਮਹਾਰਾਜ ਇਸ ਵੇਲੇ ਕਿੱਥੇ ਨੇ। ਉਸ ਸਿੱਖ ਨੇ ਇਸ ਦੇਸ਼ ਰਾਜ ਦੇ ਭੋਗ ਤੇ ਤਕਰੀਰ ਕੀਤੀ ਹੈ, ਲੈਕਚਰ ਕੀਤਾ। ਬੜਾ ਭਾਵਪੂਰਨ ਉਹਦਾ ਲੈਕਚਰ ਸੀ, ਕਿਉਂਕਿ ਸਤਿਗੁਰੂ ਮਹਾਰਾਜ ਜੀ ਦੇ ਜੀਵਨ ਦੀ ਉਹ ਗੱਲ ਕਰ ਰਿਹਾ ਸੀ, ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਕਰ ਰਿਹਾ ਸੀ। ਵੈਰਾਗ ਵੀ ਆਉਂਦਾ ਸੀ ਤੇ ਡੌਲੇ ਵੀ ਫਰਕਦੇ ਸਨ ਸਿੱਖਾਂ ਦੇ। ਜਦੋਂ ਸਾਰੀ ਆਪਣੀ ਗੱਲ ਦੀ ਉਹਨੇ ਸਮਾਪਤੀ ਕੀਤੀ, ਇੱਥੇ ਫਿਰ ਫੈਸਲਾ ਹੋਇਆ ਵੀ ਸਾਨੂੰ ਕੀ ਕਰਨਾ ਚਾਹੀਦਾ। ਫੈਸਲਾ ਇਹ ਹੋ ਗਿਆ ਵੀ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿੱਥੇ ਵੀ ਹੋਣ ਮਿਲਣਾ ਚਾਹੀਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ, ਤੇ ਆਪਣਾ ਇਹ ਜਿਹੜਾ ਤਨ ਮਨ ਧਨ ਜਿਹੜਾ ਰੋਜ਼ ਪੜ੍ਹਦੇ ਆਪਾਂ ਗੁਰੂ ਦੇ ਕੋਲੇ ਆ ਕੇ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ, ਸਮਾਂ ਆ ਗਿਆ ਗੁਰੂ ਨੂੰ ਅਰਪਣ ਕਰ ਦਈਏ। ਤੇ ਮਾਤਾ ਭਾਗ ਕੌਰ ਨੂੰ ਤੇ ਪਹਿਲੇ ਬੜਾ ਚਾਅ ਸੀ, ਉਹ ਤੇ ਸਨ 1701 ਵਿੱਚ ਵੀ ਜਾਣਾ ਚਾਹੁੰਦੀ ਸੀ ਜਥੇ ਵਿੱਚ, ਪਰ ਪਰਿਵਾਰ ਨੇ ਜਾਣ ਨਾ ਦਿੱਤਾ। ਉਹਨੂੰ ਤੇ ਚਾਅ ਚੜ ਗਿਆ, ਚਾਅ ਇਸ ਗੱਲ ਦਾ ਕਿ ਆਪਣੇ ਸਤਿਗੁਰੂ ਨੂੰ ਮਿਲਾਂਗੀ, ਜੇ ਸਮਾਂ ਬਣਿਆ ਤੇ ਗੁਰੂ ਦੇ ਕੋਲ ਰਹਿ ਕੇ ਸ਼ਹਾਦਤ ਦਾ ਜਾਮ ਪੀ ਜਾਵਾਂਗੀ। ਉਹਦੇ ਮਨ ਦੀ ਭਾਵਨਾ ਸੀ। ਭਾਈ ਮਾਨ ਸਿੰਘ ਉੱਥੇ ਨੇ, ਭਾਈ ਮਾਨ ਸਿੰਘ ਜਿਹੜਾ ਸਾਧ ਸੰਗਤ ਦਾ ਪਿੰਡ ਸੁਰ ਸਿੰਘ ਹੈ, ਰਟੌਲ ਇਸ ਕਰਕੇ ਕਹਿੰਦੇ ਕਿਉਂਕਿ ਉੱਥੇ ਜਾ ਕੇ ਵਸ ਗਏ ਸਨ, ਨਾਨਕਾ ਪਰਿਵਾਰ ਉੱਥੇ ਹੈ। ਇਹ ਤੁਸੀਂ ਦੇਖੋਗੇ, ਆਪਾਂ ਅਜੋਕੇ ਸਮੇਂ 'ਚ ਵੀ ਵੇਖ ਲੈਂਦੇ ਆ, ਜਿਹੜੇ ਬੰਦੇ ਕਈ ਵਾਰ ਉਹਨਾਂ ਦੇ ਦਾਦੇ ਪੜਦਾਦੇ ਇੱਕ ਆਪਣਾ ਪਿੰਡ ਛੱਡ ਕੇ ਦੂਜੇ 'ਚ ਵਸ ਜਾਣ, ਫਿਰ ਉੱਥੋਂ ਦੇ ਵਸਣ ਲੱਗ ਪੈਂਦੇ ਆ, ਉਦੋਂ ਦੇ ਵੱਜਣ ਲੱਗ ਪੈਂਦੇ ਆ। ਇਸ ਤਰ੍ਹਾਂ ਕਈ ਸਿੱਖ ਐਸੇ ਨੇ ਜਿਨ੍ਹਾਂ ਦੇ ਪਿੰਡ ਹੋਰ ਨੇ, ਉਹ ਹੋਰ ਕਿਤੇ ਵਸ ਗਏ ਜਾ ਕੇ, ਜਾਂ ਨਾਨਕਾ ਢੇਰੀ ਜਾਂ ਸਹੁਰਾ ਢੇਰੀ 'ਚ ਜਾ ਕੇ, ਫਿਰ ਉੱਥੋਂ ਦਾ ਨਾਮ ਪ੍ਰਚਲਿਤ ਹੋ ਜਾਂਦਾ। ਭਾਈ ਮਾਨ ਸਿੰਘ ਦਾ ਰਟੌਲ ਇਸ ਕਰਕੇ ਪ੍ਰਚਲਿਤ ਹੋ ਗਿਆ ਕਿਉਂਕਿ ਇਹਨਾਂ ਦਾ ਪਰਿਵਾਰ ਇੱਥੇ ਨਾਨਕਾ ਪਰਿਵਾਰ 'ਚ ਆ ਕੇ ਵਸ ਗਿਆ ਸਨ, ਤਾਂ ਇੱਥੋਂ ਦਾ ਨਾਮ ਪ੍ਰਚਲਿਤ ਹੋ ਗਿਆ। ਮੈਂ ਜਿਹੜੀ ਬੇਨਤੀ ਕਰਨ ਲੱਗਿਆ ਕਿ ਰਟੌਲ ਤੇ ਚਵਾਰ ਕੋਈ ਦੂਰ ਨਹੀਂ ਹੈ। ਇਹ ਜਿਹੜੇ ਉਸ ਇਲਾਕੇ ਦੇ ਵੀਰ, ਉਹਨਾਂ ਨੂੰ ਪਤਾ ਕਿ ਨੇੜੇ ਨੇੜੇ ਦੇ ਹੀ ਨੇ, ਬਹੁਤਾ ਜ਼ਿਆਦਾ ਇਹਨਾਂ ਦੀ ਦੂਰੀ ਨਹੀਂ ਹੈ। ਇਹ ਸਾਰੇ ਇਕੱਠ ਵਿੱਚ ਉੱਥੇ ਮੌਜੂਦ ਨੇ। ਇਹ ਫੈਸਲਾ ਹੋ ਗਿਆ ਵੀ ਸਾਨੂੰ ਚੱਲਣਾ ਚਾਹੀਦਾ। ਜਦੋਂ ਚੱਲਣ ਲੱਗੇ ਤੇ ਕੁਝ ਲੋਕ ਹੁੰਦੇ ਜਿਹਨੂੰ ਅਸੀਂ ਕੜਾਮ ਚੌਧਰੀ ਕਹਿੰਦੇ ਆ। ਇਹ ਤੁਸੀਂ ਇਹ ਬਣਾਇਆ ਹੋਇਆ ਮੇਰਾ ਸ਼ਬਦ ਹੈ ਕੜਾਮ ਚੌਧਰੀ। ਕੜਾਮ ਚੌਧਰੀ ਦਾ ਮਤਲਬ ਹੁੰਦਾ ਹੈ ਜਿਹੜਾ ਹਰ ਬੰਦਾ ਮੌਕਾ ਵੇਖਦਾ ਰਹਿੰਦਾ ਵੀ ਇੱਥੋਂ ਵੀ ਫਾਇਦਾ ਲੈ ਲਈਏ, ਇੱਥੋਂ ਵੀ ਲੈ ਲਈਏ। ਕਰਨਾ ਕੁਝ ਨਹੀਂ ਹੁੰਦਾ ਪਰ ਫਾਇਦੇ ਵੱਲ ਉਹ ਹਰ ਬੰਦੇ ਅੱਗੇ ਚੌਧਰਾਂ ਵਾਸਤੇ ਤੁਰ ਪੈਂਦਾ। ਉਹਨੂੰ ਅਸੀਂ ਕਹਿੰਦੇ ਕੜਾਮ ਚੌਧਰੀ, ਵੀ ਗੱਲ ਕੋਈ ਵੀ ਨਹੀਂ ਕਰਨਾ, ਕੱਖ ਵੀ ਨਹੀਂ, ਤੇ ਐਵੇਂ ਅੱਗੇ ਆ ਕੇ ਤੇ ਉਹਨੇ ਆਪਣਾ ਪਖਾਉਣਾ ਤਾਂ ਮੈਂ ਬਹੁਤ ਜੀ। ਉਹ ਕੜਾਮ ਚੌਧਰੀ ਵੀ ਨਾਲ ਤੁਰ ਲੱਗੇ 5-7 ਜਾਣੇ। ਉਹ ਪਤਾ ਕੀ ਕਹਿੰਦੇ ਅਸੀਂ ਵੀ ਚੱਲਦੇ ਆ। ਇਹਨਾਂ ਨੂੰ ਪਤਾ ਸੀ ਵੀ ਇਹਨਾਂ ਨੇ ਜਾ ਕੇ ਬਖਲਾਣਾ ਪਾਉਣਗੇ, ਇਹਨਾਂ ਨੂੰ ਰਹਿਣ ਹੀ ਦੇਈਏ। ਪਰ ਉਹ ਤਿਆਰ ਹੋ ਗਏ। ਫਿਰ ਇੱਕ ਗੱਲ ਤੇ ਫੈਸਲਾ ਹੋਇਆ ਵੀ ਤੁਸੀਂ ਕੀ ਕਰੋਗੇ ਜੇ ਚੱਲਣਾ ਤੇ। ਉਹ ਕਹਿੰਦੇ ਵੀ ਅਸੀਂ ਜਾ ਕੇ ਗੁਰੂ ਗੋਬਿੰਦ ਸਿੰਘ ਦੀ ਸੁਲ੍ਹਾ ਕਰਾਵਾਂਗੇ। ਇਹਨਾਂ ਦੇ ਜ਼ਿਕਰ ਵੀ ਆਉਂਦਾ, ਭਾਗ ਸਿੰਘ, ਨਿਧਾਨ ਸਿੰਘ, ਦਰਬਾਰਾ ਸਿੰਘ, ਕਰਵਾਰਾ ਸਿੰਘ ਤੇ ਦਿਲਬਾਗ ਸਿੰਘ, ਇਹ ਪੰਜਾਂ ਦਾ ਜ਼ਿਕਰ ਆਉਂਦਾ। ਪਰ ਨਾਂ ਦਾ ਕਈ ਵਾਰ ਅਦਲਾ ਬਦਲੀ ਹੋ ਜਾਂਦੀ, ਕਿਸੇ ਨੇ ਕੋਈ ਨਾਂ ਲਿਖੇ, ਜੋ ਮੈਂ ਪੜ੍ਹੇ ਮੈਂ ਉਹਦਾ ਜ਼ਿਕਰ ਕਰ ਦਿੱਤਾ। ਇਹ ਜਿਹੜੇ ਇਹ ਚੌਧਰੀ ਨੇ, ਇਹਨਾਂ ਦੀ ਸਰਕਾਰੀ ਦਰਬਾਰੇ ਬੜੀ ਪਹੁੰਚ ਹੈ। ਇਹ ਨਾਲ ਤੁਰ ਇਹ ਕਹ ਲਓ ਕਿ ਦੋ ਜਥੇ ਬਣ ਗਏ। ਜਥਾ ਇੱਕ ਹੀ ਹੈ ਪਰ ਬੰਦੇ ਦੋ ਤਰ੍ਹਾਂ ਦੇ ਵਿੱਚ ਹੋ ਗਏ। ਇੱਕ ਜਿਹੜੇ ਆਪ ਨਿਸ਼ਾਵਰ ਕਰਨ ਲਈ ਤੁਰ ਪਏ, ਦੂਸਰੇ ਉਹ ਸੀ ਜਿਹੜੇ ਕਹਿੰਦੇ ਸੀ ਮੌਕਾ ਦੇਖਾਂਗੇ, ਜੇ ਤਾਂ ਕੋਈ ਰਹਿਮਤ ਮਿਲਦੀ ਹੋਈ ਇਹਨਾਂ ਵਾਂਗੂ ਤੇ ਅਸੀਂ ਵੀ ਲੈ ਲਾਂਗੇ, ਤੇ ਜੇ ਮਰਨ ਲੱਗੇ ਆਪਾਂ ਪਿੱਛੇ ਆ ਜਾਵਾਂਗੇ। ਇਹ ਉਹਨਾਂ ਦਾ ਫੈਸਲਾ ਸੀ। ਜਦੋਂ ਤੁਰਦਿਆਂ ਇਹ ਪਹੁੰਚ ਗਏ, ਪਤਾ ਲੱਗਦਿਆਂ ਜਦੋਂ ਪਤਾ ਲੱਗਿਆ ਸਤਿਗੁਰੂ ਕਿੱਥੇ ਨੇ, ਉਸ ਵੇਲੇ ਸਾਹਿਬ ਰਾਮੇਆਣੇ ਪਹੁੰਚ ਚੁੱਕੇ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਰਾਮੇਆਣੇ ਜਦੋਂ ਪਹੁੰਚੇ, ਇਹ ਜਥਾ ਵੀ ਉੱਥੇ ਜਾ ਮਿਲਿਆ, ਨਮਸਕਾਰ ਕੀਤੀ, ਮੱਥਾ ਟੇਕਿਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ। ਸਤਿਗੁਰੂ ਮਹਾਰਾਜ ਨੇ ਜਥੇ ਵੇਲੇ ਵੇਖਿਆ ਜਿਹਦੀ ਗਿਣਤੀ 300 ਤੋਂ ਲੈ ਕੇ 400 ਤੱਕ ਵਿਦਵਾਨਾਂ ਨੇ ਲਿਖੀ ਹੋਈ ਹੈ। ਇਹ ਜਥਾ ਇਹ ਕਹਿ ਲਓ ਕਿ ਇੱਕ ਵੱਡੇ ਰੂਪ ਦੇ ਵਿੱਚ ਜਾਗ ਗਿਆ ਹੈ। ਸਤਿਗੁਰੂ ਮਹਾਰਾਜ ਨੇ ਦੇਖਿਆ ਜਥਾ ਬੈਠੇ, ਮਹਾਰਾਜ ਨੇ ਇਹੋ ਕਹਿ ਲਓ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਕੇ ਬੈਠ ਗਏ। ਫਿਰ ਹੁਣ ਗੱਲ ਸ਼ੁਰੂ ਹੋਣ ਲੱਗੀ ਤੇ ਉਹ ਕੜਮ ਚੌਧਰੀ ਅੱਗੇ ਹੋ ਕੇ ਕਹਿੰਦੇ, ਮਹਾਰਾਜ ਅਸੀਂ ਤੁਹਾਨੂੰ ਕੁਝ ਪਹਿਲਾਂ ਤੇ ਉਹਨਾਂ ਕਿਹਾ, ਮਹਾਰਾਜ ਅਫਸੋਸ, ਇੱਥੋਂ ਗੱਲ ਸ਼ੁਰੂ ਕੀਤੀ। ਮਹਾਰਾਜ ਬੜਾ ਅਫਸੋਸ, ਤੁਹਾਡੇ ਪੁੱਤਰ ਨਹੀਂ ਰਹੇ, ਮਾਤਾ ਜੀ ਨਹੀਂ ਰਹੇ, ਸਿੰਘ ਸ਼ਹੀਦ ਹੋ ਗਏ, ਤੁਹਾਨੂੰ ਅਨੰਦਪੁਰ ਛੱਡਣਾ ਪਿਆ, ਤੁਹਾਨੂੰ ਚਮਕੌਰ ਛੱਡਣਾ ਪਿਆ। ਇੰਨੀਆਂ ਮੁਸੀਬਤਾਂ ਚੋਂ ਲੰਘਦੇ ਆ ਮਹਾਰਾਜ ਤੁਸੀਂ ਇੱਥੇ ਪਹੁੰਚੇ ਹੋ, ਤੁਹਾਡਾ ਇਹ ਜੋ ਕੁਝ ਵਾਪਰਿਆ ਮਹਾਰਾਜ ਸਾਨੂੰ ਬੜਾ ਅਫਸੋਸ ਹੈ। ਇੱਥੋਂ ਤੱਕ ਉਹਨਾਂ ਆਪਣੀ ਗੱਲ ਕਰ ਦਿੱਤੀ ਵੀ ਮਹਾਰਾਜ ਦਾ ਅਫਸੋਸ ਜ਼ਾਹਰ ਕੀਤਾ। ਅਗਲੀ ਗੱਲ ਹੁਣ ਕਰਦੇ ਨੇ, ਕਹਿੰਦੇ ਮਹਾਰਾਜ ਅਸੀਂ ਆਏ ਆ ਚੱਲ ਕੇ ਕਿ ਜਿਹੜੇ ਬਾਕੀ ਦੇ ਰਹਿੰਦੇ ਦਿਨ ਨੇ ਜ਼ਿੰਦਗੀ ਹੈ ਉਹ ਤੁਸੀਂ ਸੁੱਖ ਆਰਾਮ ਨਾਲ ਕੱਢੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਿਹਰੇ ਦਾ ਜਲਾਲ ਬਦਲਣਾ ਸ਼ੁਰੂ ਹੋ ਗਿਆ ਜਦੋਂ ਉਹਨਾਂ ਕਿਹਾ ਵੀ ਰਹਿੰਦੀ ਜ਼ਿੰਦਗੀ,
ਤੁਸੀਂ ਸੁੱਖ ਆਰਾਮ ਨਾਲ ਕੱਢੋਗੇ। ਮਹਾਰਾਜ ਕਹਿੰਦੇ ਹੋ ਕਹਿਣਾ ਕੀ ਚਾਹੁੰਦੇ ਹੋ? ਕਹਿੰਦੇ ਮਹਾਰਾਜ ਸਾਡੀ ਸਰਕਾਰੀ ਦਰਬਾਰੇ ਬੜੀ ਚੱਲਦੀ ਹੈ, ਅਸੀਂ ਤੁਹਾਡੀ ਸੁਲ੍ਹਾ ਕਰਾਉਣ ਵਾਸਤੇ ਆਏ ਹਾਂ। ਅਸੀਂ ਚਾਹੁੰਦੇ ਔਰੰਗਜ਼ੇਬ ਨਾਲ ਤੁਹਾਡੀ ਸੁਲ੍ਹਾ ਕਰਾ ਦਈਏ ਤਾਂ ਕਿ ਰਹਿੰਦੀ ਜ਼ਿੰਦਗੀ ਜਿਹੜੀ ਸਮਾਂ ਹੈ ਤੁਸੀਂ ਸੰਗਤਾਂ ਨੂੰ ਇਸੇ ਤਰ੍ਹਾਂ ਤਾਰਦੇ ਰਹੋ। ਮਹਾਰਾਜ ਲੜਾਈਆਂ ਝਗੜਿਆਂ 'ਚ ਕੀ ਪਿਆ ਹੈ ਤੇ ਆਪ ਤੁਸੀਂ ਰੱਬ ਰੱਬ ਕਰੋ, ਨਾਮ ਜਪੋ। ਇਹ ਕੜਮ ਚੌਧਰੀ ਸਿੱਖਿਆ ਦੇਣ ਲੱਗ ਪਏ ਗੁਰੂ ਗੋਬਿੰਦ ਸਿੰਘ ਨੂੰ। ਫਿਰ ਮਹਾਰਾਜ ਵੀਰ ਰਸ ਵਿੱਚ ਆ ਗਏ, ਕ੍ਰੋਧ ਨਹੀਂ ਕਹਿਣਾ ਇਹਨੂੰ ਅਸੀਂ, ਮਹਾਰਾਜ ਵੀਰ ਰਸ ਵਿੱਚ ਆ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ। ਮਹਾਰਾਜ ਕਹਿੰਦੇ ਹੋ ਚੌਧਰੀਓ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਤੀ ਤਵੀ ਤੇ ਲਾਹੌਰ ਬੈਠੇ ਸੀ ਤੇ ਸਿਰ ਦੇ ਵਿੱਚ ਰੇਤਾ ਪਾਇਆ ਜਾ ਰਿਹਾ ਸੀ ਗਰਮ ਗਰਮ, ਉਦੋਂ ਤੁਸੀਂ ਕਿੱਧਰ ਗਏ ਸੀ? ਧਾਰੀ ਦੇ ਸਰਕਾਰੀ ਦਰਬਾਰ ਉਦੋਂ ਵੀ ਬੜੀ ਚੱਲਦੀ ਸੀ। ਜਦੋਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਉਦੋਂ ਤੁਸੀਂ ਕਿੱਧਰ ਗਏ? ਜਦ ਚਾਂਦਨੀ ਚੌਕ ਵਿੱਚ ਤਿੰਨ ਸਿੱਖ ਜਿਹੜੇ ਇੱਕ ਰੂਮ ਵਿੱਚ ਲਪੇਟ ਕੇ ਇੱਕ ਨੂੰ ਆਰੇ ਥੱਲੇ ਤੇ ਦੂਜੇ ਨੂੰ ਦੇਗ ਵਿੱਚ ਬਾਲ ਦਿੱਤਾ ਗਿਆ ਤੇ ਪਿਤਾ ਜੀ ਦਾ ਧੜ ਜਿਹੜਾ ਸੀ ਸੀਸ ਧੜ ਤੋਂ ਅਲੱਗ ਕੀਤਾ ਗਿਆ, ਜਦੋਂ ਇੰਨਾ ਜ਼ੁਲਮ ਦਿੱਲੀ 'ਚ ਹੋ ਰਿਹਾ ਸੀ ਤੁਸੀਂ ਉਦੋਂ ਕਿੱਧਰ ਗਏ ਸੀ? ਮਹਾਰਾਜ ਨੇ ਕਿਹਾ 8 ਮਹੀਨੇ ਦਾ ਘੇਰਾ ਪਿਆ ਰਿਹਾ ਅਨੰਦਪੁਰ ਦੀ ਧਰਤੀ ਤੇ। 8 ਮਹੀਨੇ ਦੇ ਘੇਰੇ ਵਿੱਚ ਤੁਹਾਨੂੰ ਕਿਤੇ ਖਬਰਾਂ ਨਹੀਂ ਪਹੁੰਚਦੀਆਂ ਰਹੀਆਂ ਵੀ ਕੀ ਹੁੰਦਾ ਰਿਹਾ ਉੱਥੇ? ਇਹ ਮਹਾਰਾਜ ਵੀਰ ਰਸ ਵਿੱਚ ਕਹਿ ਰਹੇ ਨੇ। ਮਹਾਰਾਜ ਕਹਿੰਦੇ 8 ਮਹੀਨੇ ਦਾ ਘੇਰਾ ਪਿਆ ਰਿਹਾ, ਸਿੰਘ ਕਿੰਨੇ ਸ਼ਹੀਦ ਹੋ ਗਏ, ਇੱਥੇ ਖਾਣ ਵਾਸਤੇ ਰਸਤ ਕੋਈ ਨਹੀਂ ਸੀ, ਤੁਹਾਨੂੰ ਮਾਝੇ ਵਿੱਚ ਕਿੰਨੀਆਂ ਖਬਰਾਂ ਪਹੁੰਚਦੀਆਂ ਸਨ। ਮਹਾਰਾਜ ਕਹਿੰਦੇ ਤੁਸੀਂ ਸੁਲ੍ਹਾ ਨਾ ਕਰਾਈ ਉਦੋਂ। ਮਹਾਰਾਜ ਕਹਿੰਦੇ ਅਸੀਂ ਸਰਸਾ ਨੂੰ ਪਾਰ ਕੀਤਾ, ਚਮਕੌਰ ਪਹੁੰਚੇ, ਸਾਡੇ ਵੱਡੇ ਸਾਹਿਬਜ਼ਾਦੇ ਤੇ ਮੇਰੇ ਪੁੱਤਰਾਂ ਤੋਂ ਵੱਧ ਪਿਆਰੇ ਸਿੰਘ ਸ਼ਹੀਦ ਹੋ ਗਏ, ਤੁਸੀਂ ਉਦੋਂ ਕਿੱਥੇ ਚਲੇ ਗਏ ਸੀ? ਜਦੋਂ ਸ਼ੀਰਖੋਰ ਬੱਚੇ 7 ਤੇ 9 ਸਾਲ ਦੇ ਨੀਹਾਂ ਵਿੱਚ ਚਿਣ ਕੇ ਜਿੰਦੇ ਸ਼ਹੀਦ ਕਰ ਦਿੱਤੇ ਗਏ, ਤੁਸੀਂ ਉਦੋਂ ਕਿੱਧਰ ਗਏ ਸੀ? ਜਦੋਂ ਬਿਰਧ ਮਾਂ 80 ਸਾਲ ਦੀ ਨੂੰ ਠੰਡੇ ਬੁਰਜ ਤੋਂ ਧੱਕਾ ਮਾਰ ਕੇ ਸੁੱਟ ਦਿੱਤਾ ਗਿਆ ਤੇ ਸ਼ਹੀਦ ਕੀਤਾ ਗਿਆ, ਉਦੋਂ ਤੁਸੀਂ ਕਿੱਧਰ ਗਏ ਸੀ? ਹੁਣ ਤੁਸੀਂ ਸੁਲ੍ਹਾ ਕਰਾਉਣ ਆ ਗਏ ਹੋ। ਇਹ ਵੀਰ ਰਸ ਵਿੱਚ ਮਹਾਰਾਜ ਨੇ ਫਿਰ ਸ਼ਬਦ ਕਹਿ, ਤਕਰੀਰ ਕਹਿ ਲਓ। ਬਸ ਇੱਕਦਮ ਫਿਰ ਸ਼ਰਨਾਟਾ ਛਾ ਗਿਆ, ਸਾਰੇ ਚੁੱਪ ਕਰਕੇ ਨੀਵੀਆਂ ਪਾ ਕੇ ਬੈਠ ਗਏ। ਬੋਲਣਾ ਕਿਸੇ ਨੇ ਕੀ ਸੀ? ਮਹਾਰਾਜ ਕਹਿੰਦੇ ਜਦੋਂ ਸੁਲ੍ਹਾ ਕਰਾਉਣ ਦਾ ਟਾਈਮ ਸੀ ਤੁਸੀਂ ਘਰਾਂ 'ਚ ਵੜੇ ਰਹੇ, ਹੁਣ ਸਾਰਾ ਕੁਝ, ਹੁਣ ਰਿਹਾ ਕੁਝ ਨਹੀਂ। ਦੁਨਿਆਵੀ ਤੌਰ ਤੇ ਕਹਿ ਰਹੇ ਆ, ਦੁਨਿਆਵੀ ਤੌਰ ਤੇ ਕਹਿ ਰਹੇ ਆ। ਮਹਾਰਾਜ ਕਹਿੰਦੇ ਪਰਿਵਾਰ ਦੇ ਸਾਰੇ ਜੀ ਚਲੇ ਗਏ, ਹੁਣ ਕਰਤਾਰ ਦੇ ਹੁਕਮ ਵਿੱਚ ਭਾਣੇ 'ਚ ਰਹਿੰਦੀ ਜ਼ਿੰਦਗੀ ਵੀ ਕੱਢ ਲੈਣੀ ਆ, ਤੁਸੀਂ ਸੁਲ੍ਹਾ ਕਰਾਉਣ ਆ ਗਏ ਹੋ। ਇਹ ਫਿਰ ਅੱਗੇ ਕਹਿੰਦੇ ਚੁੱਪ ਕੀਤੇ ਰਹੇ, ਪਹਿਲਾਂ ਫਿਰ ਹੌਲੀ ਜੀ ਬੋਲੇ, ਮਹਾਰਾਜ ਅਸੀਂ ਤਾਂ ਆਏ ਤਾਂ ਸੁਲ੍ਹਾ ਕਰਾਉਣ ਵਾਸਤੇ, ਜੇ ਕੋਈ ਤੁਹਾਡੀ ਮਰਜ਼ੀ ਹੈ। ਮਹਾਰਾਜ ਕਹਿੰਦੇ ਮੈਂ ਸੁਨੇਹਾ ਨਹੀਂ ਸੀ ਭੇਜਿਆ ਤੁਹਾਨੂੰ ਵੀ ਤੁਸੀਂ ਆਓ ਤੇ ਮੇਰੀ ਸੁਲ੍ਹਾ ਕਰਾਓ। ਫਿਰ ਮਹਾਰਾਜ ਕਹਿੰਦੇ ਤੁਸੀਂ ਸਿੱਖ ਬਣ ਕੇ ਆਏ ਹੋ ਕਿ ਗੁਰੂ ਬਣ ਕੇ ਆਏ ਹੋ? ਤੁਸੀਂ ਮੈਨੂੰ ਸਿੱਖਿਆ ਦੇਣ ਆਏ ਹੋ ਕਿ ਗੁਰੂ ਮੰਨ ਕੇ ਤੁਸੀਂ ਸਿੱਖ ਬਣ ਕੇ ਆਏ ਹੋ ਗੁਰੂ ਦੀ ਰਹਿਮਤ ਲੈਣ ਵਾਸਤੇ? ਕਹਿੰਦੇ ਮਹਾਰਾਜ ਫਿਰ ਲੜਾਈਆਂ ਝਗੜਿਆਂ ਵਾਲਾ ਕੰਮ ਸਾਡੇ ਤੋਂ ਨਹੀਂ ਹੋਣਾ। ਤੇ ਮਹਾਰਾਜ ਕਹਿੰਦੇ ਸੁਨੇਹਾ ਕਿੰਨੇ ਭੇਜਿਆ ਤੁਹਾਨੂੰ ਵੀ ਲੜਾਈਆਂ ਝਗੜਿਆਂ 'ਚ ਤੁਸੀਂ ਆਓ ਮੇਰੇ ਨਾਲ? ਇੱਥੇ ਮਹਾਰਾਜ ਇਹਨੂੰ ਇਹ ਨਾ ਸਮਝਣਾ ਕਿ ਮਹਾਰਾਜ ਉਹਨਾਂ ਨਾਲ ਕੋਈ ਗਰਮ ਬੋਲ ਰਹੇ ਨੇ, ਨਹੀਂ, ਕਿਉਂਕਿ ਸੁਭਾਵਿਕ ਗੱਲ ਹੈ, ਤਾਂ ਕੁਦਰਤੀ ਗੱਲ ਹੈ। ਜਦੋਂ ਸਾਰਾ ਕੁਝ ਦੁਨਿਆਵੀ ਤੌਰ ਤੇ ਦੇਖੀਏ ਰਿਹਾ ਕੁਝ ਨਹੀਂ, ਹੁਣ ਬੰਦੇ ਆ ਕੇ ਕਹਿੰਦੇ ਤੁਹਾਡੀ ਸੁਲ੍ਹਾ ਕਰਾ ਦਈਏ। ਮਹਾਰਾਜ ਕਹਿੰਦੇ ਤੁਸੀਂ ਹੁਣ ਸੁਲ੍ਹਾ ਦੀਆਂ ਗੱਲਾਂ ਕਰਨ ਲੱਗ ਪਏ ਹੋ। ਫਿਰ ਇਹਨਾਂ ਨੇ ਕਿਹਾ ਮਹਾਰਾਜ ਸਾਡੇ ਤੋਂ ਇਹ ਸਿੱਖੀ ਨਹੀਂ ਨਿਭਣੀ। ਮਹਾਰਾਜ ਨੇ ਕਿਹਾ ਚਲੋ ਜੇ ਨਹੀਂ ਨਿਭਣੀ ਤੁਹਾਡੀ ਮਰਜ਼ੀ ਹੈ, ਪਰ ਮੈਂ ਤਾਂ ਤੁਹਾਨੂੰ, ਮਹਾਰਾਜ ਕਹਿੰਦੇ ਕੋਈ ਸੁਨੇਹਾ ਨਹੀਂ ਭੇਜਿਆ, ਕੋਈ ਸੱਦਿਆ ਨਹੀਂ, ਕੁਝ ਕਿਹਾ ਨਹੀਂ। ਮਹਾਰਾਜ ਕਹਿ ਲਗੇ ਜੋ ਇਹਨੇ ਚਿਰ ਨੂੰ ਇੱਕ ਸਿੱਖ ਜਿਹੜਾ ਨਾ ਉੱਤੇ ਦਰਖਤ ਤੇ ਚੜਿਆ ਸੀ, ਜਿਹੜਾ ਧਿਆਨ ਰੱਖ ਰਿਹਾ ਸੀ ਵੀ ਪਿੱਛੋਂ ਕੋਈ ਫੌਜ ਤਾਂ ਨਹੀਂ ਆ ਰਹੀ। ਉਹਨੇ ਉਤਰ ਕੇ ਦਵਾ ਦਵ ਥੱਲੇ ਮਹਾਰਾਜ ਨੂੰ ਕਿਹਾ ਮਹਾਰਾਜ ਪਿੱਛੋਂ ਫੌਜ ਆ ਗਈ ਹੈ ਤੇ ਬਿਲਕੁਲ ਨੇੜੇ ਆ ਗਈ ਹੈ। ਮਹਾਰਾਜ ਨੇ ਕਿਹਾ ਕਪੂਰੇ ਨੇ ਸਾਨੂੰ ਕਿਲਾ ਨਹੀਂ ਦਿੱਤਾ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਚਲੋ ਹੋਰ ਜਗ੍ਹਾ ਦੇਖਦੇ ਆ ਫੌਜ ਦਾ ਮੁਕਾਬਲਾ ਕਰਨ ਦੇ ਲਈ। ਇਹ ਫਿਰ ਤਿੰਨ ਭਰਾਵਾਂ ਦੀ ਇੱਕ ਢਾਬ ਹੈ, ਤਿੰਨਾਂ ਦੀ ਅਲੱਗ-ਅਲੱਗ ਹੈ, ਜਿਹਨੂੰ ਅਸੀਂ ਖਦਰਾਣੇ ਦੀ ਢਾਬ ਕਹਿੰਦੇ। ਤਿੰਨੋਂ ਭਰਾ ਖੱਤਰੀ ਨੇ, ਇੱਕ ਦਾ ਨਾਂ ਖਦਰਾਣਾ, ਇੱਕ ਦਾ ਨਾਂ ਧਿਆਣਾ, ਇੱਕ ਦਾ ਨਾਂ ਰੂਪਾਣਾ। ਇਹ ਤਿੰਨ ਭਰਾ ਨੇ ਖੱਤਰੀ। ਇਹਨਾਂ ਦੇ ਨਾਂ ਤੇ ਜਿਹੜਾ ਅਸੀਂ ਕਹਿੰਦੇ ਖਦਰਾਣੇ ਦੀ ਢਾਬ, ਖਦਰਾਣਾ ਬੰਦੇ ਦਾ ਨਾਂ ਹੈ। ਇਹਨਾਂ ਦੀਆਂ ਤਿੰਨ ਢਾਬਾਂ ਨੇ, ਰੂਪਾਣਾ, ਧਿਆਣਾ ਤੇ ਖਦਰਾਣਾ। ਮਹਾਰਾਜ ਨੇ ਕਪੂਰੇ ਨੂੰ ਜਦੋਂ ਕਿਹਾ, ਕਪੂਰਾ ਫਿਰ ਉਹਨੇ ਕਿਹਾ ਮੈਂ ਉਹ ਵੀ 84 ਪਿੰਡਾਂ ਦਾ ਮਾਲਕ, ਕਿਲਾ ਤਾਂ ਨਹੀਂ ਦਿੱਤਾ, ਪਰ ਉਹਨੇ ਕਿਹਾ ਚਲੋ ਮੈਂ ਸੇਵਾ ਹੀ ਕਰ ਲੈਣਾ ਮਹਾਰਾਜ ਦੀ। ਉਹਨੇ ਆਪਣਾ ਬੰਦਾ ਭੇਜਿਆ ਤੇ ਮਹਾਰਾਜ ਨੂੰ ਕਹਿੰਦਾ ਵੀ ਅੱਗੇ ਜਗ੍ਹਾ ਹੈਗੀ ਹੈ, ਤੁਸੀਂ ਉੱਥੇ ਪਾਣੀ ਦਾ ਪ੍ਰਬੰਧ ਵੀ ਹੈਗਾ, ਉੱਚੀ ਜਗ੍ਹਾ ਹੈ, ਮਹਾਰਾਜ ਉੱਥੇ ਮੁਕਾਬਲਾ ਕਰ ਸਕਦੇ ਹੋ। ਮਹਾਰਾਜ ਅੱਗੇ ਵਧੇ। ਇਹ ਜਿਹੜਾ ਕਾਫਲਾ ਸਾਰਾ ਹੈ, ਜਦੋਂ ਮਹਾਰਾਜ ਨੇ ਇਹਨਾਂ ਦੀ ਗੱਲ ਨੂੰ, ਕੁਝ ਇਤਿਹਾਸਕਾਰ ਇਹ ਕਹਿੰਦੇ ਨੇ ਕਿ ਮਹਾਰਾਜ ਨੇ ਕਿਹਾ ਸੀ ਫਿਰ ਲਿਖ ਦਿਓ ਇੱਥੇ, ਨਹੀਂ ਤੁਸੀਂ ਤੇ, ਕੁਝ ਵਿਦਵਾਨ ਮੰਨਦੇ ਨੇ। ਚਲੋ ਮੈਂ ਉਹ ਜਿਹੜੀ ਗੱਲ ਮੰਨੀ ਜਾਂਦੀ ਪ੍ਰਚਲਿਤ ਮੈਂ ਉਹਦਾ ਜ਼ਿਕਰ ਕਰ ਦਿੰਦਾ ਕਿ ਮਹਾਰਾਜ ਨੇ ਭਾਈ ਮਾਨ ਸਿੰਘ ਨੂੰ ਕਿਹਾ ਲਿਆ ਕਾਗਜ਼ ਤੇ ਦਵਾਰ ਲਿਆਂਦੀ ਗਈ। ਮਹਾਰਾਜ ਨੇ ਕਿਹਾ ਇਹਦੇ 4 ਅੱਖਰ ਲਿਖ ਦਿਓ। ਗੁਰੂ ਗੋਬਿੰਦ ਸਿੰਘ ਜਾਣੀ ਜਾਣ ਨੇ ਪਤਾ ਮਹਾਰਾਜ ਨੂੰ ਕੀ ਕੁਝ ਵਾਪਰ ਜਾਣਾ ਹੈ। ਮਹਾਰਾਜ ਕਹਿੰਦੇ ਲਿਖ ਦਿਓ। ਇਹ 3 ਬੰਦਿਆਂ ਦੇ ਸਾਈਨ ਨੇ ਕੇਵਲ, ਉਹਦੇ ਚ ਮਾਨ ਸਿੰਘ ਦੇ ਸਾਈਨ ਨਹੀਂ, ਮਾਤਾ ਭਾਗ ਕੌਰ ਦੇ ਦਸਤਖਤ ਨਹੀਂ,
ਇਹ ਜਿਹੜੇ ਘੜਮ ਚੌਧਰੀ ਆਏ ਸੀ, ਇਹਨਾਂ ਦੇ ਤਿੰਨਾਂ ਬੰਦਿਆਂ ਦੇ ਸਾਈਨ ਉਹਦੇ ਤੇ ਹੋਏ ਆ। ਇਹ ਲਿਖ ਦਿੱਤਾ ਕਾਲੀ ਕਾਲੀ ਕਿ ਉਹਨੇ ਕਿਹਾ ਵੀ ਅਸੀਂ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ। ਮਹਾਰਾਜ ਨੇ ਦਵਾ ਦਵ ਕਾਗਜ਼ ਵਲੇਟਿਆ ਤੇ ਆਪਣੇ ਕਮਰ ਕੱਸੇ ਵਿੱਚ ਮਹਾਰਾਜ ਨੇ ਅੜਾ ਲਿਆ ਤੇ ਸਤਿਗੁਰੂ ਅੱਗੇ ਵਧੇ। ਇਹ ਫਿਰ ਪਿੱਛੇ ਨੂੰ ਤੁਰਨ ਲੱਗੇ। ਮਾਤਾ ਭਾਗ ਕੌਰ ਨੇ ਫਿਰ ਰੋਕ ਲਿਆ ਸਾਰਿਆਂ ਨੂੰ। ਫਿਰ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧੀ ਹੈ, ਉਹ ਗੁਰੂ ਗੋਬਿੰਦ ਸਿੰਘ ਦੀ ਪੁੱਤਰੀ ਹੈ, ਪੁੱਤਰੀ ਤੋਂ ਭਾਵ ਅੰਮ੍ਰਿਤ ਛਕ ਲਿਆ ਤਾਂ ਮੈਂ ਕਹਿ ਰਿਹਾ ਸੀ। ਉਹਨੇ 1699 ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਸ ਸਮੇਂ ਖੱਡੇ ਬਾਟੇ ਦੀ ਪਹੁਲ ਲਈ ਸੀ। ਫਿਰ ਉਹਦੇ ਅੰਦਰ ਦਾ ਇਉਂ ਕਹਿ ਲਓ ਵੀ ਉਹ ਵੀਰ ਰਸ ਜਾਗਿਆ, ਉਹਨੇ ਸਭ ਨੂੰ ਇਕੱਠਿਆਂ ਕਰ ਲਿਆ, ਭਰਾ ਵੀ ਵਿੱਚ ਸੀ। ਫਿਰ ਮਾਤਾ ਭਾਗ ਕੌਰ ਨੇ ਇਉਂ ਕਹਿ ਲਓ ਵੀ ਆਪਣੀ ਤਕਰੀਰ ਦੇ ਵਿੱਚ ਉਹ ਸ਼ਬਦ ਕਹੇ ਕਿ ਸਾਰਿਆਂ ਦੀਆਂ ਨੀਵੀਆਂ ਪੈ ਗਈਆਂ। ਉਹਨੇ ਕਿਹਾ ਜਦੋਂ ਚੱਲੇ ਸਾਂ ਅਸੀਂ ਪੰਜਾਬ ਤੋਂ, ਜਦੋਂ ਉੱਥੇ ਫੈਸਲਾ ਹੋਇਆ ਸੀ, ਲੜ ਮਰਨ ਦੀ ਗੱਲ ਹੋਈ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਸਾਰਾ ਖੇਰੂ ਖੇਰੂ ਹੋ ਗਿਆ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਉਦੋਂ ਤੁਸੀਂ ਉੱਥੇ ਬੈਠੇ ਹੋਏ ਸਾਰੇ ਰੋਈ ਵੀ ਜਾਂਦੇ ਸੋ ਤੇ ਕਹਿੰਦੇ ਸਾਡੇ ਡੌਲੇ ਪਰਕਦੇ। ਅੱਜ ਲੋੜ ਹੈ ਤੇ ਤੁਸੀਂ ਹੁਣ ਘਰਾਂ ਨੂੰ ਭੱਜਣ ਲੱਗੇ ਹੋ। ਮਾਤਾ ਭਾਗ ਕੌਰ ਨੇ ਕਿਹਾ ਕੀ ਮੂੰਹ ਵਿਖਾਵਾਂਗੇ, ਅਜੇ ਤਾਂ ਦੁਨੀ ਚੰਦ ਜਿਹੜਾ ਭੱਜ ਗਿਆ ਹੈ ਉਦੋਂ ਉਹਦੀ ਕਾਲਕ ਲੈਣ ਨਹੀਂ ਤੇ ਦੂਜੀ ਉਹ ਚੜਾ ਲੱਗੇ ਸਰ। ਇਹ ਸਦਾ ਦੀ ਕਾਲਕ ਸਿਰ ਤੇ ਲੱਗ ਜਾਏਗੀ, ਮੱਥੇ ਤੇ ਲੱਗ ਜਾਏਗੀ, ਧੋਤੀ ਨਹੀਂ ਜਾਣੀ। ਇਹੋ ਕਰੀਏ ਆਪਣੇ ਖੂਨ ਦੇ ਨਾਲ। ਹੁਣ ਲਿਖ ਤਾਂ ਦਿੱਤਾ ਜੇ ਪਰ ਇਹਨੂੰ ਖੂਨ ਨਾਲ ਧੋ ਕੇ ਬਦਾਵੇ ਨੂੰ ਪੜਵਾ ਲੈਣਾ ਆਪਾਂ। ਫਿਰ ਮਾਤਾ ਭਾਗ ਕੌਰ ਨੇ ਕਿਹਾ ਜਿਹੜੇ ਜਾਣਾ ਚਾਹੁੰਦੇ ਚਲੇ ਜਾਣ। ਇਹ ਘੜਾਮ ਚੌਧਰੀ ਤੇ ਆ ਕੇ ਵਾਪਸ ਮੁੜ ਗਏ। ਇਹ ਨਹੀਂ ਟਿਕੇ ਉੱਤੇ ਕਿਉਂਕਿ ਤੇ ਗਿਆ ਹੀ ਇਸ ਵਾਸਤੇ, ਜੇ ਬਣ ਗਈ ਗੱਲ ਠੀਕ ਹੈ, ਨਹੀਂ ਤੇ ਵਾਪਸ ਆ ਜਾਣਗੇ। ਪਰ ਬਾਕੀ ਦੇ ਜਿਹੜੇ ਸਿੱਖ ਸਨ, ਭਾਈ ਮਹਾਂ ਸਿੰਘ, ਮਾਤਾ ਭਾਗ ਕੌਰ, ਚਲੋ ਜਿਹੜੇ ਮੇਨ ਹੁੰਦੇ ਨਾ ਉਹਨਾਂ ਹੁੰਦੇ, ਬਾਕੀਆਂ ਦੇ ਨਾਮ ਨਹੀਂ ਆਉਂਦੇ ਹੁੰਦੇ। ਇਹ ਕਹਿ ਲਓ ਇਹ ਕਾਫਲਾ ਜਿਹੜਾ ਬਾਕੀ ਸੀ ਸਾਰੇ ਤਿਆਰ ਹੋਏ। ਮਾਤਾ ਭਾਗ ਕੌਰ ਨੇ ਸਭ ਨੂੰ ਤਿਆਰ ਕੀਤਾ। ਇਧਰੋਂ ਫੌਜ ਬਿਲਕੁਲ ਨੇੜੇ ਆ ਗਈ। ਇਹਨਾਂ ਨੇ ਝਾੜੀਆਂ ਉੱਤੇ ਕੱਪੜੇ ਪਾ ਦਿੱਤੇ, ਆਪਣੇ ਜਿਹੜੇ ਚਾਦਰੇ ਪਾ ਦਿੱਤੇ ਝਾੜੀਆਂ ਉੱਤੇ, ਤਾਂ ਕਿ ਫੌਜ ਨੂੰ ਭੁਲੇਖਾ ਪੈ ਜਾਵੇ ਬੜਾ ਵੱਡਾ ਕਾਫਲਾ ਅਗਲੇ ਬੰਨੇ, ਤੰਬੂ ਲੱਗੇ ਹੋਏ ਨੇ। ਜਦੋਂ ਫੌਜ ਪਿੱਛੋਂ ਆ ਰਹੀ, ਉਹਨਾਂ ਦੇਖਿਆ ਵੀ ਅਗਲੇ ਬੰਨੇ ਕਾਫੀ ਵੱਡੀ ਗਿਣਤੀ ਵਿੱਚ ਫੌਜ ਲੱਗਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ। ਫਿਰ ਸਾਧ ਸੰਗਤ ਜੀ ਇੱਥੇ ਯੁੱਧ ਹੋਇਆ ਇੱਕ ਢਾਬ ਤੇ, ਖਦਰਾਣੇ ਦੇ ਢਾਬ, ਜਿਹਨੂੰ ਮੁਕਤਸਰ ਆਪਾਂ ਕਹਿੰਦੇ। ਮਹਾਰਾਜ ਜੀ ਦਾ ਨਾਮ ਕਿਹਾ ਸੀ ਜਦੋਂ ਤੁਸੀਂ ਸਾਰੇ ਮੁਕਤ ਹੋਏ ਤਾਂ ਇਹਦਾ ਨਾਮ ਬਦਲ ਕੇ ਮੁਕਤਸਰ ਬਣ ਗਿਆ। ਇੱਥੇ ਹੁਣ ਜੰਗ ਸ਼ੁਰੂ ਹੋ ਗਿਆ। ਸਾਧ ਸੰਗਤ ਜੀ ਘਮਸਾਨ ਦਾ ਯੁੱਧ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਟਿੱਬੀ ਤੋਂ ਦੇਖ ਰਹੇ ਸਨ। ਜਿੱਥੇ ਜਿੱਥੇ ਮਹਾਰਾਜ ਨੂੰ ਲੋੜ ਪੈਂਦੀ ਸੀ ਮਹਾਰਾਜ ਤੀਰ ਛੱਡਦੇ ਸਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਮੁਕਾਬਲਾ ਕਰ ਰਹੇ ਨੇ। ਉੱਥੋਂ ਮਹਾਰਾਜ ਤੀਰ ਚਲਾਉਂਦੇ ਨੇ। ਇਹ ਸਿੰਘ ਸਾਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਹਿਮਤ ਲੈਣ ਵਾਸਤੇ ਸ਼ਹਾਦਤ ਦਾ ਜਾਮ ਪੀ ਰਹੇ ਨੇ। ਇਧਰ ਵਜ਼ੀਰ ਖਾਨ ਨੇ ਕਿਹਾ ਕਪੂਰੇ ਨੂੰ, ਕਹਿੰਦਾ ਵੀ ਮੇਰੀ ਤਾਂ ਫੌਜ ਧਿਆਈ ਮਰ ਚੱਲੀ, ਪਾਣੀ ਕਿੱਥੇ ਕੁ ਹੈ? ਉਹਨੇ ਕਿਹਾ ਵੀ ਇੱਕ ਹੋਰ ਸੇਵਾ ਗੁਰੂ ਦੀ ਕਰ ਲਈਏ। ਉਹਨੇ ਕਿਹਾ ਜੇ ਅੱਗੇ ਨੂੰ ਵਧੋਗੇ ਤੇ 30 ਖੂਹ ਹੈ, ਪਿੱਛੇ ਨੂੰ ਜਾਓਗੇ ਤੇ 10 ਖੂਹ ਤੇ ਪਾਣੀ ਮਿਲ ਜਾਣਾ। ਉਹਨਾਂ ਨੇ ਕਿਹਾ ਚਲੋ ਅੱਗੇ ਨੂੰ ਕਾਹਨੂੰ ਵਧਣਾ, ਪਿੱਛੇ ਨੂੰ ਉਤਰਦੇ ਆ। ਇਹ ਜਦੋਂ ਫੌਜ ਪਿੱਛੇ ਨੂੰ ਚਲੀ ਗਈ ਤੇ ਸਾਧ ਸੰਗਤ ਜੀ ਜੰਗ ਬੰਦ ਹੋ ਗਿਆ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਟਿੱਬੀ ਤੋਂ ਉਤਰੇ। ਮਹਾਰਾਜ ਉਸ ਜਿੱਥੇ ਸਿੰਘ ਸ਼ਹੀਦ ਹੋਏ ਨੇ ਮਹਾਰਾਜ ਉੱਥੇ ਆ ਗਏ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਰਿਆਂ ਦੇ ਚਿਹਰੇ ਨੂੰ ਤੱਕਦੇ ਨੇ। ਫਿਰ ਮਹਾਰਾਜ ਇਕੱਲੇ ਇਕੱਲੇ ਨੂੰ ਦੇਖਦੇ ਨੇ। ਜਿਹਦੀ ਕੋਈ ਨਜ਼ਰ ਚੱਲਦੀ ਹੈ ਉਹਦੇ ਉੱਤੇ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਹੈ, ਉਹਨੂੰ ਬਚਾਉਣ ਦਾ ਯਤਨ ਕੀਤਾ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿ ਰਹੇ ਨੇ ਕਿ ਮੇਰਾ 5000 ਮੇਰਾ 10,000 ਮੇਰਾ 15,000 ਮੇਰਾ 20,000 ਮੇਰਾ ਕਾਬਲ ਦਾ ਬਾਦਸ਼ਾਹ, ਮੇਰਾ ਲਾਹੌਰ ਦਾ ਬਾਦਸ਼ਾਹ, ਮੇਰਾ ਹਿੰਦੁਸਤਾਨ ਦਾ ਬਾਦਸ਼ਾਹ। ਇਸ ਤਰ੍ਹਾਂ ਮਹਾਰਾਜ ਖਿਤਾਬ ਦੇ ਰਹੇ ਨੇ ਉਹਨਾਂ ਨੂੰ ਜਿਹੜੇ ਸ਼ਹੀਦ ਹੋਏ ਨੇ। ਇਹਨੇ ਚਿਰ ਨੂੰ ਮਹਾਰਾਜ ਨੇ ਕੀ ਦੇਖਿਆ ਕਿ ਭਾਈ ਮਹਾਂ ਸਿੰਘ, ਉਹਨਾਂ ਦੇ ਇਉਂ ਕਹਿ ਲਓ ਕਿ ਸਾਹ ਚੱਲਦੇ ਪਏ ਸਨ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਕੋਲ ਪਹੁੰਚੇ। ਸਤਿਗੁਰੂ ਮਹਾਰਾਜ ਜੀ ਨੇ ਆਪਣੇ ਪੱਟ ਦੇ ਉੱਤੇ ਭਾਈ ਮਹਾਂ ਸਿੰਘ ਦਾ ਸਿਰ ਰੱਖਿਆ ਹੈ ਤੇ ਭਾਈ ਮਹਾਂ ਸਿੰਘ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨੇਤਰਾਂ 'ਚ ਨੇਤਰ ਪਾਏ ਨੇ। ਮਹਾਰਾਜ ਪੁੱਛਦੇ ਨੇ, ਮਹਾਂ ਸਿੰਘਾ ਵੀ ਕੀ ਚਾਹੀਦਾ ਹੈ? ਇਸ ਵੇਲੇ ਤੈਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ? ਭਾਈ ਮਹਾਂ ਸਿੰਘ ਨੇ ਕਿਹਾ, ਦਾਤਾ ਗੁਰੂ ਦੀ ਗੋਦ ਵਿੱਚ ਸਿੱਖ ਦਾ ਸਿਰ ਹੋਵੇ ਤੇ ਉਹਨੂੰ ਕੀ ਚਾਹੀਦਾ ਹੋਵੇ? ਇੱਕ ਕਿਰਪਾ ਕਰ ਦਿਓ, ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬੌੜ ਜਨਮ ਨ ਆਵਾਂ। ਮਹਾਰਾਜ ਸੂਰਜ ਕਿਰਨ ਲੈ ਜਲ ਕਾ ਜਲ ਹੁਆ, ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ। ਰਾਮ ਮਹਾਰਾਜ ਇਹ ਕਿਰਪਾ ਕਰ ਦਿਓ, ਜੋਤ ਜੋਤ ਚ ਮਿਲ ਜਾਏ, ਆਪਣੀ ਗੋਦੀ ਦਾ ਨਿੱਘ ਸਦਾ ਲਈ ਦੇ ਦਿਓ, ਹੋਰ ਕੁਝ ਨਹੀਂ ਚਾਹੀਦਾ। ਮਹਾਰਾਜ ਪੁੱਛਦੇ ਨੇ ਹੋਰ, ਕਿਉਂਕਿ ਮਹਾਰਾਜ ਨੂੰ ਪਤਾ ਸੀ ਨਾ ਜਿਹੜੀ ਕਿਰਪਾ ਵਰਤਣੀ। ਮਹਾਰਾਜ ਕਹਿੰਦੇ ਹੋਰ ਮਹਾਂ ਸਿੰਘਾ। ਫਿਰ ਮਹਾਂ ਸਿੰਘ ਨੇ ਹੱਥ ਜੋੜੇ। ਉਹਨੇ ਕਿਹਾ, ਦਾਤਾ ਤੁਸੀਂ ਮਾਂ ਬਾਪ ਹੋ ਸਾਡੇ, ਤੇ ਜਿਵੇਂ ਅਸੀਂ ਬਾਣੀ ਚ ਪੜ੍ਹਦੇ ਆ, ਭਾਈ ਮਹਾਂ ਸਿੰਘ ਕਹਿ ਰਿਹਾ ਮਹਾਰਾਜ ਅਸੀਂ ਬਾਣੀ ਚ ਪੜ੍ਹਦੇ ਆ
कि जेता कि जेत कोप करे करताया तापी चीत नरक समाया। रामैया हाँ बारक तेरा काहे न खंडस अवगुण मेरा। महाराज तुसी मां बाप तुहाडे बच्चे आ ते बच्चे हमेशा ही गलतियां करते हैं, तो मां बाप उन्हां दी गलतियां चितारते नहीं हैं। कितनियां गलतियां बच्चा कर ले, मां बाप नहीं। महाराज जान के की कहना चाहता है, कहना महाराज मैं ये कहना चाहना जेडे कुछ घंटिया पहला आए सी साडे नाल, महाराज भुल उन्हां तो होई है। उन्हां दी भुल दी मैं माफी मंगदा, भाई मान सिंह कह रहा है उन्हां दी भुल दी मैं माफी मंगदा महाराज। वो कुछ बोल कबोल भी कह गए, महाराज उन्होंने लिख के भी दे दिता, सच्चे पातशाह तुसी कृपा कर दो, आखिर ते तुहाडे ही ने बख्श दिओ उन्होंने। भाई मान सिंह बख्शाउण वालियां विच है, लिखण वालियां विच नहीं। महाराज ने फिर शब्द वरत्या टुट्टी गंढी, पर इत्थे विद्वान कहते हैं महाराज ने यह भी शब्द वरत्या कि मां सिंघा असल में टुट्टी नहीं सी। टुट्टी तां हुंदी है जे दोनों बन्नियां तो टुट जाए, ये जुड़ी रहिंदी। जे एक बन्नियों टुट, मान लो किसी बंदे नाल नहीं बनदी, आपां बोल चाल छड्ड दिंदे आ, एक बन्नियों बंदा चुप हो जाता, दूजा बंदा जे कोई गल नहीं करता तो समा आउण ते फिर इकट्ठे हो जाते, कहते आपां तो चलो कोई गल नहीं, फिर क्या टुट्टी तो नहीं सी ना। टुटदी तां जे दोनों बन्नियों तो टुट जाए। ते महाराज कहंदे एक पासा टुटिया सी दूसरा नहीं। मेरे वालों उन्होंने कुछ नहीं कहा गया कि मैं तुहाडा गुरु नहीं है, उन्हें ही कहा ना। महाराज कहंदे मां सिंघा असल में थोड़ी जी त्रेड़ आई सी, वो भी मिट गई है। इन्हू शब्द वरत्या गया टुट्टी गंढी। धन गुरु गोबिंद सिंह सच्चे पातशाह ने कहा सारे तुसीं मुक्त होए। ये फिर ना तां बदलिया, खदराने की ढाब तो बाद ना चेंज हो गया, इन्हू असीं मुक्तसर साहिब कहने। फिर धन गुरु गोबिंद सिंह सच्चे पातशाह महाराज जी की गोद में भाई मान सिंह समा गए। वो जिहड़ा कागज का टुकड़ा सी महाराज ने पाड़ दिता। माता भागपुर कोले सतगुरु जाते हैं, उन्होंने जख्म काफ़ी सन। सतगुरु महाराज जी ने सिखां की ड्यूटी लाई। माता भागपुर फिर गुरु गोबिंद सिंह महाराज ना नंदेड़ तक पहुँचते हैं। उन्होंने फट ज़्यादा गहरे सिंह नहीं सन, वो काफ़ी समा रहे। सतगुरु गुरु गोबिंद सिंह महाराज नंदेड़ तक पहुँचे ने। माता भागपुर जी उधर ही इन्हों का जिहड़ा है अंत समा आता है। साध संगत जी धन गुरु गोबिंद सिंह सच्चे पातशाह महाराज जी ने कृपा कर दी। ये जिहड़ा दिन है इसनूं फिर सिख जगत के अंदर असीं माघी का जोड़ मेला कहने हैं। भावें कि विद्वानां दी राय है कि ये माघी वाले दिन की जंग नहीं है, जंग तो गर्मी के दिन की है, पर यह साडे वडेरियां ने जोड़ता। खैर मैं उस विषय को चलो ना छुवां, जिस तरह भी साडियां बुजुर्गों ने किया, चलो जिहड़ा दिन असीं मुकर्रर कर रहा है ਉਹਦੇ मुताबिक सिख जगत चलो मना रहा। आप सारिया ने सतगुरु ਦੀਆਂ ਸੀਸਾਂ ਲਈਆਂ ਨੇ। बस अखीर ਤੇ ਬੇਨਤੀ ਇਹੀ करनी है, उन्होंने कुछ घंटिया बाद बदावा पढ़वा लिया सी। कुछ घंटिया बाद तो आप झात मार के वेखी असीं कदों बदावा पढ़वाउणा ने लिख के दे बैठे गुरु नूं। किसी को 10 साल हो गए होने, किसी को 15 साल, किसी को 20 साल, किसी को 30 साल, किसी को 40 ते 50 साल हो गए होने बदावा लिख के दित्तिआं नूं। मैं उहदी हुण व्याख्या नहीं करनी, तुसीं आप ही समझ लिओ। जे असीं गुरु के बचनों ते नहीं चलते तो बदावा दिता ही होया है। अपने अपने मनां च आपे झाती मार लैनी है कि असीं किते वहमां भरमां कर्म कांडां विच तां नहीं फसे हुए। असीं गुरु जो कह रहे उहदे उल्ट तां नहीं कर रहे। जो गुरु कहंदा जो उहदे उल्ट चलदे हैं तो समझ लो बदावा दिता होया सी गुरु नूं। ते जे गुरु दे आखे लग जाएंगे तो महाराज साडी भी टुट्टी गड्ढी जाएगी। साडा बदावा भी गुरु पाड़ देगा, किते साडे नाल गुरु दा कोई वैर थोड़ा, असीं भी पढ़वा सकते हैं। बस तरला लै लीए जिवें भाई मान सिंह ने तरला लिया सी, महाराज बख्श दिओ। इस तरह सिख भी आके गुरु ग्रंथ साहब नूं कह दे कि महाराज भुल गए सन, हुण तुहाडी शरण विच आ गए, सतगुरु कृपा करो। जिहड़ा साडा भी लिखिआ होया बदावा तुसीं कृपा करके पाड़ दिओ ते सतगुरु कृपा करके बख्श देणगे। क्योंकि मेरे साहिब का वचन है कि पिछले अवगण बख्श लै प्रभ आगे मार्ग पावे। सतगुरु कृपा करे उन्हां महान सूरबीर योधियां दे जीवन तो प्रेरणा लैके अपनी जिंदगी नूं असीं उस मुताबिक ढाल सकीए। आप सारी संगत का बहुत बहुत धन्नवाद, कोटान कोट शुक्र गुरु ग्रंथ साहब जी का जिन्हां रहमत बख्शिश की। आप संगत का बहुत बहुत धन्नवाद। बड़े प्यार नाल तुसीं गुरु गोद विच बैठ के सतगुरु की वडियाई ते सिफत सलाह सरवट की है। इन्नियां बेनतियां प्रवान करनियां, भुल चुक दी खिमा, प्यार सहित आखो जी वाहिगुरु जी का खालसा, वाहिगुरु जी की फतेह।